ਦ ਵੇ ਫਾਰਵਰਡ ਇਜ਼ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਕਹਿੰਦੇ ਨੇ ਕੋਈ ਵੀ ਸੱਭਿਆਚਾਰ, ਕੋਈ ਵੀ ਕੌਮ ਆਪਣੀ ਮੈਮਰੀ ਵਿੱਚ ਜਿਉਂਦੀ ਹੈ। ਇਸ ਨੂੰ ਕਲਚਰਲ ਮੈਮਰੀ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਉਸ ਦੇ ਟ੍ਰੈਡੀਸ਼ਨਸ, ਉਸ ਦੀ ਲੈਂਗੁਏਜ, ਉਸ ਦੀ ਹਿਸਟਰੀ ਆਉਂਦੀ ਹੈ। ਔਰ ਜੋ ਕੌਮਾਂ ਇਹ ਟ੍ਰੈਡੀਸ਼ਨਸ, ਇਹ ਮੈਮਰੀ ਜਿਉਂਦੀ ਰੱਖਦੀਆਂ ਹਨ, ਉਹ ਕੌਮਾਂ ਅੱਗੇ ਵੱਸਦੀਆਂ ਹਨ, ਉਹ ਸਰਵਾਈਵ ਕਰਦੀਆਂ ਹਨ। ਖਾਸ ਕਰਕੇ ਜੋ ਕਮਿਊਨਿਟੀਜ਼ ਆਪਣੇ ਘਰੋਂ ਬਾਹਰ ਜਾ ਕੇ ਵਸਦੀਆਂ ਹਨ, ਜਿਨ੍ਹਾਂ ਨੂੰ ਆਪਾਂ ਡਾਇਸਪੋਰਾ ਕਹਿੰਦੇ ਆ, ਉਸ ਦੇ ਵਿੱਚ ਉਨ ਕਮਿਊਨਿਟੀਜ਼ ਨੂੰ ਆਪਣੇ ਫਿਊਚਰ ਜਨਰੇਸ਼ਨ, ਆਪਣੇ ਜਿਹੜੇ ਬੱਚੇ ਨੇ, ਉਹ ਵੀ ਉਸ ਵਿਰਸੇ ਨਾਲ, ਉਸ ਇਤਿਹਾਸ ਨਾਲ, ਉਨ ਟ੍ਰੈਡੀਸ਼ਨਸ ਨਾਲ ਜੁੜੇ ਰਹਿਣ, ਉਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਸਿੱਖ ਕੌਮ ਵਿੱਚ ਵੀ ਸਿੱਖਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਕਿ ਵਿਜ਼ਨ ਲੈ ਕੇ ਚੱਲਣ, ਔਰ ਖੂਨ ਪਸੀਨੇ ਦੀ ਮਿਹਨਤ ਦੇ ਨਾਲ ਕੁਝ ਐਸੀ ਇੰਸਟੀਟਿਊਸ਼ਨਸ ਕ੍ਰੀਏਟ ਕੀਤੀਆਂ ਹਨ, ਜਿਸ ਦਾ ਅੱਜ ਤੁਸੀਂ ਨਤੀਜਾ ਵੇਖਦੇ ਹੋ। ਜੋ ਅੱਜ ਤੁਸੀਂ ਵੈਸਟਰਨ ਕੰਟਰੀ ਦੀ ਜੋ ਆਪਾਂ ਸਿੱਖੀ ਵੇਖਦੇ ਹਾਂ, ਉਹ ਉਨ ਐਫਰਟਸ ਦਾ ਨਤੀਜਾ ਹੈ। ਅੱਜ ਅਸੀਂ ਇੱਕ ਐਸੀ ਹੀ ਆਰਗੇਨਾਈਜੇਸ਼ਨ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ, ਔਰ ਅਸੀਂ ਅੱਜ ਸ਼ੁਕਰਗੁਜ਼ਾਰ ਹਾਂ ਹੇਮਕੁੰਟ ਫਾਊਂਡੇਸ਼ਨ ਦੇ, ਜੋ ਕਿ ਅੱਜ ਇੱਥੇ ਚੱਲ ਕੇ ਆਏ ਸਾਡੇ ਨਾਲ ਗੱਲ ਕਰਨ ਵਾਸਤੇ, ਸਾਨੂੰ ਆਪਣੇ ਜਿਹੜੇ ਉਹਨਾਂ ਦੇ ਐਫਰਟਸ ਹਨ ਔਰ ਜੋ ਅੱਗੇ ਪਿੱਛੇ ਕਰਦੇ ਆਏ ਔਰ ਅੱਗੇ ਉਹ ਕੀ ਕਰਨਾ ਚਾਹ ਰਹੇ, ਉਸ ਬਾਰੇ ਗੱਲ ਕਰਨ ਵਾਸਤੇ। ਪੌਲ ਕੰਧਾਰੀ ਜੀ, ਕਰਮਜੀਤ ਜੀ, ਰਵਿੰਦਰ ਕੌਰ ਜੀ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਪੌਲ ਕੰਧਾਰੀ ਜੀ ਨਾਲ, ਜੋ ਕਿ ਪ੍ਰੈਜ਼ੀਡੈਂਟ ਹੈਗੇ ਹੇਮਕੁੰਟ ਫਾਊਂਡੇਸ਼ਨ ਦੇ। ਪੌਲ ਜੀ, ਸਾਨੂੰ ਪਲੀਜ਼ ਦੱਸੋ ਕੀ ਫਾਊਂਡੇਸ਼ਨ ਹੈਗੀ ਹੈ ਹੇਮਕੁੰਟ ਫਾਊਂਡੇਸ਼ਨ, ਕਦ ਹੋਣ ਦੀ ਚਾਹੀ ਔਰ ਕਿਨ ਏਮਸ ਨੂੰ ਲੈ ਕੇ ਹੋਣ ਦੀ ਚਾਹੀ? ਮੇਨ ਫਾਊਂਡੇਸ਼ਨ ਦਾ ਫੰਕਸ਼ਨ ਇਹ ਸੀ, ਜਿਸ ਤਰ੍ਹਾਂ ਤੁਸੀਂ ਆਪਣੇ ਇੰਟਰੋਡਕਸ਼ਨ 'ਚ ਕਿਹਾ ਹੈ, ਕਿ ਬਾਹਰ ਆ ਕੇ ਬੱਚਿਆਂ ਨੂੰ ਅਸੀਂ ਆਪਣੇ ਵਿਰਸੇ ਨਾਲ, ਆਪਣੀ ਕਮਿਊਨਿਟੀ ਨਾਲ ਜੋੜ ਕੇ ਰੱਖੀਏ, ਰਿਲੀਜੀਅਸ ਪੁਆਇੰਟ 'ਤੇ ਰੱਖੀਏ ਉਹਨਾਂ ਨੂੰ। ਅਤੇ ਉਸ ਬੇਸ 'ਤੇ 1980 ਵਿੱਚ ਜੇ ਸਾਡੇ ਫਾਊਂਡਰ ਸਨ ਸਰਦਾਰ ਸ਼ਮਸ਼ੇਰ ਸਿੰਘ ਜੀ, ਉਹਨਾਂ ਨੇ ਆਰਗੇਨਾਈਜੇਸ਼ਨ ਸਿਰਫ 8-9 ਬੱਚਿਆਂ ਨਾਲ ਸ਼ੁਰੂ ਕੀਤੀ ਸੀ। ਅਤੇ ਬੇਸਿਕ ਆਈਡੀਆ ਇਹ ਸੀ ਕਿ ਉਹਨਾਂ ਨੂੰ ਸਾਡੀ ਸਿੱਖ ਹਿਸਟਰੀ ਦੇ ਬਾਰੇ ਦੱਸਿਆ ਜਾਵੇ। ਉਹਨਾਂ ਨੂੰ ਕਿਤਾਬਾਂ ਦਿੱਤੀਆਂ ਜਾਂਦੀਆਂ ਸਨ ਸਿੱਖ ਹਿਸਟਰੀ ਦੇ ਬਾਰੇ 'ਚ, ਉਹ ਪੜ੍ਹ ਕੇ ਫਿਰ ਆ ਕੇ ਸਪੀਚ ਕੰਪੀਟੀਸ਼ਨ ਦਿੰਦੇ ਸਨ, ਜੇ ਕੰਪੀਟੀਸ਼ਨ ਲੈਵਲ 'ਤੇ ਹੁੰਦਾ ਸੀ। 8-9 ਬੱਚੇ ਹੁੰਦੇ ਸਨ ਸ਼ੁਰੂ 'ਚ। ਅਤੇ ਇਹਦੇ ਨਾਲ ਦੋ ਫਾਇਦੇ, ਇੱਕ ਤਾਂ ਉਹਨਾਂ ਨੂੰ ਆਪਣੀ ਸਿੱਖ ਹਿਸਟਰੀ ਨਾਲ ਨੌਲੇਜ ਮਿਲ ਜਾਂਦੀ ਸੀ, ਦੂਜਾ ਇੱਕ ਪਬਲਿਕ ਸਪੀਕਿੰਗ ਦੀ ਨੌਲੇਜ ਮਿਲ ਜਾਂਦੀ ਸੀ ਜੀ। ਅਤੇ 8 ਬੱਚਿਆਂ ਨਾਲ ਸ਼ੁਰੂ ਹੋਇਆ ਸੀ, ਅਤੇ ਹੁਣ ਆਲਮੋਸਟ 3500 ਬੱਚੇ ਪਾਰਟੀਸਪੇਟ ਕਰਦੇ ਨੇ ਹਰ ਸਾਲ ਇਨ 40 years। 3500 ਬੱਚੇ, ਉਹਨਾਂ ਦੇ ਪੈਰੈਂਟਸ, ਉਹਨਾਂ ਦੇ ਦਾਦਾ ਦਾਦੀ। ਅਤੇ ਤੁਸੀਂ ਇਮੈਜਿਨ ਕਰ ਲਓ ਕਿੰਨੇ ਲੋਕਾਂ ਨੂੰ ਇਹ ਕਿਤਾਬਾਂ ਜਾਂਦੀਆਂ ਨੇ, ਸਬਜੈਕਟ ਜਾਂਦੇ, ਪੜ੍ਹ ਕੇ ਅੱਗੇ ਬੱਚਿਆਂ ਨੂੰ ਤਿਆਰ ਕਰਦੇ ਨੇ। ਜੀ 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 ਜੀ। ਮੈਂ ਪਰਸਨਲੀ ਬਹੁਤ ਸਾਰੇ ਬੱਚਿਆਂ ਨੂੰ ਜਾਣਦਾ ਜੋ ਇਸ ਆਰਗੇਨਾਈਜੇਸ਼ਨ ਨਾਲ ਜੁੜੇ ਹੋਏ, ਜੋ ਆਪਣੇ ਗਰੋਇੰਗ ਇਨ ਦ ਗਰੋਇੰਗ ਈਅਰਸ ਇਸ ਦੇ ਨਾਲ ਉਹਨਾਂ ਨੇ ਇਨ ਕੰਪੀਟੀਸ਼ਨ ਵਿੱਚ ਹਿੱਸਾ ਲਿੱਤਾ ਹੈ, ਔਰ ਆਪਣੀ ਲਾਈਫ ਵਿੱਚ ਬੜੇ ਐਨਲਾਈਟਨਡ ਫੀਲ ਕਰਦੇ ਨੇ ਕਿ ਆਪਾਂ ਇਸ ਆਰਗੇਨਾਈਜੇਸ਼ਨ ਨਾਲ ਜੁੜੇ ਹਾਂ। ਕਰਮਜੀਤ ਜੀ ਜੋ ਕਿ ਜਨਰਲ ਸੈਕਟਰੀ ਹੈਗੇ ਇਸ ਫਾਊਂਡੇਸ਼ਨ ਦੇ। ਕਰਮਜੀਤ ਜੀ, ਥੋੜ੍ਹੇ ਸਾਨੂੰ ਹੋਰ ਵਿਸਤਾਰ ਵਿੱਚ ਦੱਸੋ ਕਿ ਕੀ ਐਕਟੀਵਿਟੀਜ਼ ਹੈਗੀਆਂ ਇਸ ਆਰਗੇਨਾਈਜੇਸ਼ਨ ਦੀਆਂ? ਜਿਸ ਤਰ੍ਹਾਂ ਪੌਲ ਕੰਧਾਰੀ ਜੀ ਨੇ ਵੀ ਦੱਸਿਆ, ਅਸੀਂ 1980 ਵਿੱਚ, ਅੱਜ ਤੋਂ 43 years ਪਹਿਲਾਂ, ਮਤਲਬ ਸਿੰਪੋਜ਼ੀਅਮ ਸ਼ੁਰੂ ਕੀਤਾ ਬੱਚਿਆਂ ਨੂੰ। ਅਸੀਂ 6 ਸਾਲ ਤੋਂ ਬੱਚਿਆਂ ਨੂੰ ਸ਼ੁਰੂ ਕਰਵਾ ਦਿੰਦੇ ਸੀ ਜਾਣ ਕੇ ਜੀ, ਤਾਂ ਕਿ ਛੋਟੇ ਬੱਚਿਆਂ ਨੂੰ ਇਸ ਪਾਸੇ ਲਗਾਉਣਾ ਥੋੜ੍ਹਾ ਜ਼ਿਆਦਾ ਸੌਖਾ ਹੈ। ਇੱਕ ਬੱਚੇ ਵਾਰੀ ਥੋੜ੍ਹੇ ਜਿਹੇ ਵੱਡੇ ਹੋ ਜਾਣ, ਉਹਨਾਂ ਦੇ ਆਪਣੇ ਆਪ ਕੁਝ ਸੁਭਾਅ ਬਣ ਜਾਂਦੇ ਨੇ, ਉਹਨਾਂ ਨੂੰ ਕਿਸੇ ਪਾਸੇ ਲਗਾਉਣਾ ਥੋੜ੍ਹਾ ਜਿਹਾ ਹਾਰਡ ਹੋ ਜਾਂਦਾ ਹੈ। ਅਤੇ ਅਸੀਂ 6 ਸਾਲ ਦੇ ਬੱਚਿਆਂ ਤੋਂ ਸ਼ੁਰੂ ਕਰਵਾ ਕੇ, ਅਤੇ 25 ਸਾਲ ਦੇ ਬੱਚਿਆਂ ਨੂੰ ਅਸੀਂ 5 ਗਰੁੱਪਾਂ 'ਚ ਵੰਡ ਕੇ, ਤਾਂ ਕਿ ਹਰ ਇੱਕ ਗਰੁੱਪ ਦਾ 3-3 ਸਾਲ ਦਾ ਗਰੁੱਪ ਹੁੰਦਾ, 6-7-8 ਸਾਲ ਦਾ ਇੱਕ ਗਰੁੱਪ ਹੈ, ਫਿਰ 9-10-11 ਸਾਲ ਦਾ ਦੂਜਾ ਗਰੁੱਪ ਹੈ। ਉਸ ਲੈਵਲ ਦੀ ਕਿਤਾਬ ਦੇਣੀ, ਉਸ ਲੈਵਲ ਦਾ ਉਹਨਾਂ ਨੂੰ ਟੌਪਿਕ ਦੇਣਾ, ਤਾਂ ਕਿ ਬੱਚਿਆਂ ਨੂੰ ਉਹਦੀ ਮੈਸੇਜ ਸਮਝ ਆ ਜਾਏ ਆਪਣੀ ਏਜ ਦੇ ਹਿਸਾਬ ਨਾਲ। ਵੱਡੇ ਬੱਚਿਆਂ ਨੂੰ ਅਸੀਂ ਜ਼ਿਆਦਾ ਐਡਵਾਂਸ ਟੌਪਿਕ ਦਿੰਦੇ ਹਾਂ, ਤਾਂ ਕਿ ਬੱਚਿਆਂ ਦੀ ਨੌਲੇਜ ਆਲਰੇਡੀ ਥੋੜ੍ਹੀ ਉਹਨਾਂ ਨੂੰ ਸਿੱਖੀ ਦੇ ਬਾਰੇ ਸਮਝ ਆ ਜਾਂਦੀ ਹੈ। ਫਿਰ ਉਹਨਾਂ ਨੂੰ ਕੰਪੀਟੀਸ਼ਨ ਕਰਵਾਉਣੇ ਅਸੀਂ, ਉਹਨਾਂ ਨੂੰ ਸਟੇਜ 'ਤੇ ਖੜ੍ਹੇ ਹੋ ਕੇ, ਜਿਸ ਤਰ੍ਹਾਂ ਪੌਲ ਜੀ ਨੇ ਵੀ ਦੱਸਿਆ ਕਿ ਬਈ ਉਹਨਾਂ ਨੂੰ ਪਬਲਿਕ ਸਪੀਕਿੰਗ ਵੀ ਆਉਣੀ ਚਾਹੀਦੀ ਹੈ। ਅਤੇ ਸਟੇਜ 'ਤੇ ਹੋ ਕੇ ਬੋਲਦੇ ਨੇ, ਟਾਈਮ ਲਿਮਿਟ 'ਤੇ ਬੋਲਣਾ ਆਉਣਾ ਚਾਹੀਦਾ ਵੀ ਕਿੰਨੇ ਟਾਈਮ 'ਚ ਗੱਲ ਕਰਨੀ ਹੈ, ਔਰ ਆਪਣਾ ਪੁਆਇੰਟ ਕਲੀਅਰ ਕਰਨਾ ਹੈ। ਫਿਰ ਜੱਜ ਬੈਠੇ ਹੁੰਦੇ ਨੇ, ਅਤੇ ਜੱਜ ਉਹਨਾਂ ਨੂੰ ਮਾਰਕਸ ਦਿੰਦੇ ਨੇ, ਫਿਰ ਦੱਸਦੇ ਨੇ ਬਈ ਤੁਹਾਡਾ ਪੁਆਇੰਟ, ਥੋੜ੍ਹਾ ਮਾਰਕਸ ਥੋੜ੍ਹੇ ਘੱਟ ਨੇ, ਤੁਹਾਡੇ ਜ਼ਿਆਦਾ ਨੇ, ਤਾਂ ਕਿ ਬੱਚੇ ਹਰ ਸਾਲ ਇੰਪਰੂਵ ਕਰਦੇ ਰਹਿੰਦੇ ਨੇ। ਸੋ ਇਵੈਂਚੁਅਲੀ ਸਾਡਾ ਗੋਲ ਹੈ ਕਿ ਬੱਚਿਆਂ ਨੂੰ ਇੱਕ ਤਾਂ ਸਿੱਖੀ ਦੀ ਪਤਾ ਲੱਗ ਜਾਏ,
ਦੂਜਾ ਹੈਗਾ ਪਬਲਿਕ ਸਪੀਕਿੰਗ ਨਾਲ ਉਹਨਾਂ ਨੇ ਬੱਚਿਆਂ ਨੇ ਆਸਤੇ ਆਸਤੇ ਇੱਥੇ ਦੀ ਕਾਰਪੋਰੇਸ਼ਨ ਦੇ ਪ੍ਰੈਜ਼ੀਡੈਂਟ ਬਣਨਾ ਹੈ, CEO ਵਗੈਰਾ ਬਣਨਾ ਹੈ, ਤਾਂ ਉਹਦੇ ਵਾਸਤੇ ਪਬਲਿਕ ਸਪੀਕਿੰਗ ਇਜ਼ ਅ ਮਸਟ। ਜੀ ਉਹਨਾਂ ਦੋਵਾਂ ਗੱਲਾਂ ਕਰਕੇ ਇਸ ਪ੍ਰੋਗਰਾਮ ਜਿਹੜਾ ਮਿਲਿਆ ਇਸ ਹੈਜ਼ ਬੀਨ ਵੈਰੀ ਸਕਸੈਸਫੁਲ ਕਿ ਜਿਹੜੇ ਬੱਚੇ ਇਹਨਾਂ ਤੋਂ ਹੋ ਕੇ ਜਾ ਚੁੱਕੇ ਨੇ, ਪ੍ਰੋਫੈਸ਼ਨਲੀ ਸੈਟਲ ਹੋ ਗਏ ਨੇ, ਉਹਨਾਂ ਦੇ ਬੱਚੇ ਹੁਣ ਪਾਰਟਿਸਿਪੇਟ ਕਰ ਰਹੇ ਨੇ। ਜੀ 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 ਜਿਵੇਂ ਕਰਮਜੀਤ ਜੀ ਨੇ ਦੱਸਿਆ ਪਿਛਲੇ 43 ਸਾਲਾਂ ਤੋਂ ਇਹ ਆਰਗੇਨਾਈਜੇਸ਼ਨ ਕੰਮ ਕਰ ਰਹੀ ਹੈ ਔਰ ਇਸ ਦੇ ਵਿੱਚ ਬੱਚਿਆਂ ਨੂੰ ਸਿੰਪੋਜ਼ੀਅਮਸ ਜਿਹੜੇ ਇਹ ਟੌਪਿਕਸ ਦਿੰਦੇ ਨੇ ਉਸ ਦੇ ਵਿੱਚ ਬੱਚੇ ਉਨ ਟੌਪਿਕਸ ਦੇ ਉੱਪਰ ਸਿੰਪੋਜ਼ੀਅਮ ਕਰਦੇ ਨੇ ਔਰ ਇਹ ਜਿਹੜਾ ਦੋਹਰਾ ਏਮ ਹੈ ਕਿ ਆਪਣੀ ਜਿਹੜੀ ਕਮਿਊਨਿਟੀ ਹੈ ਉਸ ਦੇ ਬਾਰੇ ਵਿੱਚ ਵੀ, ਜਿਸ ਤਰ੍ਹਾਂ ਅਸੀਂ ਗੱਲ ਕੀਤਾ ਟ੍ਰੈਡੀਸ਼ਨਸ ਦੇ ਬਾਰੇ 'ਚ, ਹਿਸਟਰੀ ਦੇ ਬਾਰੇ 'ਚ, ਉਸ ਦੇ ਨਾਲ ਬੱਚੇ ਜੁੜੇ ਰਹਿਣ ਔਰ ਉਸ ਦੇ ਇਲਾਵਾ ਅੱਜ ਦੀ ਦੁਨੀਆ ਵਿੱਚ ਕੰਪੀਟ ਕਰਨ ਵਾਸਤੇ ਉਹਨਾਂ ਨੂੰ ਪਬਲਿਕ ਸਪੀਕਿੰਗ ਦਾ ਇੱਕ ਜਿਹੜਾ ਪਲੇਟਫਾਰਮ ਹੈ ਉਹ ਵੀ ਮਿਲੇ। ਰਵਿੰਦਰ ਜੀ ਤੁਸੀਂ ਇੰਟਰਨੈਸ਼ਨਲ ਕੋਆਰਡੀਨੇਟਰ ਹੈਗੇ ਹੋ। ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਨਾ ਸਿਰਫ US ਵਿੱਚ ਬਟ ਅਕ੍ਰੋਸ ਦ ਗਲੋਬ ਕੰਮ ਕਰਦੀ ਹੈ, ਬੱਚਿਆਂ ਦੇ ਕੰਪੀਟੀਸ਼ਨਸ ਕਰਵਾਉਂਦੀ ਹੈ। ਥੋੜੀ ਸਾਨੂੰ ਹੋਰ ਗਿਆਨ ਦਿਓਗੇ ਇਸ ਬਾਰੇ? ਜੀ ਸੋ ਜਿਸ ਤਰ੍ਹਾਂ ਦੋਨਾ ਵੀਰ ਜੀ ਨੇ ਕਿਹਾ ਹੈਗਾ ਕਿ ਪਹਿਲਾਂ ਲੋਕਲ ਲੈਵਲ ਦੇ ਵਿੱਚ ਕੰਪੀਟੀਸ਼ਨ ਹੁੰਦਾ ਹੈ, ਫਿਰ ਉਸ ਤੋਂ ਬਾਅਦ ਜ਼ੋਨਲ ਲੈਵਲ ਦੇ ਵਿੱਚ ਕੰਪੀਟੀਸ਼ਨ ਹੁੰਦਾ ਹੈਗਾ, ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਦੇ ਵਿੱਚ ਆਉਂਦੇ ਨੇ। ਸੋ ਇੰਟਰਨੈਸ਼ਨਲ ਲੈਵਲ ਦੇ ਵਿੱਚ ਬੇਸਿਕਲੀ ਹਰ ਜ਼ੋਨ ਤੋਂ ਇੱਕ ਬੱਚਾ ਜਾਂ ਦੋ ਬੱਚੇ ਆਉਂਦੇ ਹੈਗੇ ਨੇ ਤੇ ਉਹ ਫਿਰ ਜਿਹੜੇ ਆਪਣੇ ਜ਼ੋਨ ਤੋਂ ਕੰਪੀਟ ਕਰਕੇ ਫਿਰ ਇੰਟਰਨੈਸ਼ਨਲ ਲੈਵਲ ਦੇ ਵਿੱਚ ਪਹੁੰਚਦੇ ਹੈਗੇ ਨੇ। ਸੋ ਬੀਇੰਗ ਐਨ ਇੰਟਰਨੈਸ਼ਨਲ ਕੋਆਰਡੀਨੇਟਰ ਮੇਰੀ ਰਿਸਪਾਂਸਿਬਿਲਿਟੀ ਜਿਹੜੀ ਹੈਗੀ ਹੈ ਪਹਿਲਾਂ ਤੇ ਜੱਜਿਸ ਨੂੰ ਤਿਆਰ ਕਰਨਾ ਜੀ ਕਿ ਵੀ ਕਿਹੜੇ ਜੱਜਿਸ ਵੀ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਪਹਿਲਾਂ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਹਿੱਸਾ ਲਿੱਤਾ ਹੁੰਦਾ ਹੈਗਾ, ਪਾਰਟਿਸਿਪੇਟ ਕੀਤਾ ਹੁੰਦਾ, ਜੱਜ ਕੀਤਾ ਹੁੰਦਾ ਹੈਗਾ। So that is my responsibility कि भी board पूरे member फिर देखते हैं कि नहीं कि कौन किस उन्हां दी की knowledge है कि ये उन्हां दा की experience है क्या। So उस तो बाद फिर बच्चे आंदे हैं कि नहीं उत्थे फिर उन्हां दा फिर रिजल्ट वगैरह तैयार करवाना आंदा है क्या, फिर उन्हां दा रिजल्ट तैयार करते हैं कि हाँ ਉਸ ਤੋਂ ਬਾਅਦ ਉਹਨਾਂ ਦਾ ਪ੍ਰਾਈਜ਼ ਡਿਸਟ੍ਰੀਬਿਊਸ਼ਨ ਜਿਹੜਾ ਹੁੰਦਾ ਲਾਸਟ ਡੇ ਦੇ ਵਿੱਚ ਰੱਖਦੇ ਹੈਗੇ। ਸੋ ਇਹ ਸਾਰੀਆਂ ਜਿਹੜੀਆਂ ਰਿਸਪੌਂਸਿਬਿਲਿਟੀਜ਼ ਹੈਗੀਆਂ ਨੇ ਉਹ ਬੀਇੰਗ ਐਨ ਇੰਟਰਨੈਸ਼ਨਲ ਕੋਆਰਡੀਨੇਟਰਸ ਉਹ ਮੇਰੀਆਂ ਹੈਗੀਆਂ ਨੇ। ਜੀ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਇਸ ਦੀ ਜਿਹੜੇ ਬੈਨੀਫਿਟਸ ਹਨ ਵੀ ਕੈਨ ਕਾਊਂਟ them। ਕਿੰਨੀ ਕੰਟਰੀਜ਼ ਦੇ ਬੱਚੇ ਪਾਰਟਿਸਿਪੇਟ ਕਰਦੇ ਨੇ ਪੌਲ ਜੀ? ਹੁਣ ਐਟ ਪ੍ਰੈਜ਼ੈਂਟ ਸਾਡੇ ਕੋਲ US ਦੇ ਤੇ ਹੈਗੇ ਸਾਰੇ, ਲੰਡਨ ਤੋਂ ਹੈਗੇ ਕਾਫੀ, ਲੰਡਨ 'ਚ ਸਾਡੇ 4 ਜਾਂ 5 ਜ਼ੋਨ ਹੈਗੇ, ਫਿਰ ਕੇਨੀਆ ਦਾ ਇੱਕ ਜ਼ੋਨ ਹੈਗਾ, ਕੈਨੇਡਾ ਤੋਂ ਹੈਗੇ ਤੇ ਇਹ 4-5 ਕੰਟਰੀ 'ਚ ਕਨਸੈਂਟਰੇਟ ਕਰ ਰਹੇ ਹਾਂ। ਹੋਰ ਕਾਫੀ ਲੋਕ ਆਉਣਾ ਚਾਹੁੰਦੇ ਨੇ ਜੀ, ਪਰ ਇਨਫਰਾਸਟ੍ਰਕਚਰ ਕਰਕੇ ਲੋਕਾਂ ਨੂੰ ਟਰੈਵਲ ਪੁਆਇੰਟ ਤੇ ਦੇਖ ਕੇ ਫਿਰ ਅਸੀਂ ਕੋਸ਼ਿਸ਼ ਇਹ ਕਰਦੇ ਕਿ ਅਸੀਂ ਇਸ ਤੋਂ ਜ਼ਿਆਦਾ ਵਧਾਈਏ ਨਾ, ਕਿ ਜਿੰਨਾ ਅਸੀਂ ਹੈਂਡਲ ਕਰ ਸਕਦੇ ਹਾਂ ਕਿ ਵੀ ਵਾਂਟ ਟੂ ਗਿਵ ਦਮ 100%, ਜੋ ਵੀ ਬੱਚਾ ਅਸੀਂ ਦੇ ਸਕੀਏ 100% ਡੈਡੀਕੇਸ਼ਨ ਰਵੇ ਸਾਡੇ ਕੋਲੋਂ। ਤੇ ਕੋਸ਼ਿਸ਼ ਇਹ ਹੈ ਕਿ ਜਿਹੜਾ ਹੋਰ ਕੋਈ ਕੰਟਰੀ ਦਾ ਬੰਦਾ ਆਉਣਾ ਚਾਹੀਏ। ਕੋਈ ਅਸੀਂ ਬੋਰਡ ਨੇ ਡਿਸਾਈਡ ਕੀਤਾ ਸੀ ਕਿ ਵੀ ਮਾਈਟ ਉਹਨਾਂ ਨੂੰ ਜਾ ਕੇ ਟ੍ਰੇਨ ਕਰ ਦਈਏ ਉਸ ਲੈਵਲ 'ਤੇ ਜੀ, ਉਹਨਾਂ ਨੂੰ ਜਾ ਕੇ ਉੱਥੇ ਹੀ ਸੈਂਟਰ ਖੋਲ੍ਹ ਦਈਏ ਤੇ ਉੱਥੇ ਦੇ ਨੇੜੇ ਦੇ 4-5 ਕੰਟਰੀ ਜਿਵੇਂ ਯੂਰਪ ਹੋ ਗਿਆ ਫॉर ਐਗਜ਼ਾਮਪਲ, ਉਹ ਇੱਕ ਬਿਫੋਰ ਕੋਵਿਡ ਉਹ ਪ੍ਰੋਗਰਾਮ ਹੈ ਸੀ ਸਾਡਾ ਕਿ ਯੂਰਪ ਦੇ ਅੰਦਰ ਇੱਕ ਕਿਸਮ ਦਾ ਹੈਮਕੋਨ ਫਾਊਂਡੇਸ਼ਨ ਖੋਲ੍ਹਿਆ ਜਾਵੇ ਤੇ ਉਹ ਯੂਰਪ ਦੇ ਅੰਦਰ ਹੀ ਇਸ ਤਰ੍ਹਾਂ ਕੰਪੀਟੀਸ਼ਨ ਹੋਣ, ਉਹਨਾਂ ਵਾਸਤੇ ਆਉਣ ਜਾਣ ਵਾਸਤੇ ਈਜ਼ੀ ਹੋ ਜਾਂਦਾ ਹੈ, ਉਹਨਾਂ ਦਾ ਫਿਰ ਟਰੈਵਲ ਦਾ ਐਕਸਪੈਂਸ ਘੱਟ ਹੋ ਜਾਂਦਾ ਹੈ। ਤੇ ਪਰ ਕੋਵਿਡ ਕਰਕੇ ਫਿਰ 3 ਸਾਲ ਦਾ ਗੈਪ ਆ ਗਿਆ ਵਿੱਚ ਤੇ ਉਹ ਗੈਪ ਕਰਕੇ ਉਹ ਪ੍ਰੋਗਰਾਮ ਹੋਇਆ ਨਹੀਂ। ਪਰ ਉਹ ਇਸ ਤਰ੍ਹਾਂ ਦਾ ਸਲਾਹ ਹੈਗਾ ਕਿ ਗੋਇੰਗ ਫਾਰਵਰਡ ਹੋਰ ਕੰਟਰੀ ਇਨਵੋਲਵ ਕਰੀਏ ਪਰ ਉੱਥੇ ਜਾ ਕੇ ਸੈਂਟਰ ਖੋਲੀਏ। ਕਰਮਜੀਤ ਜੀ ਕਿੰਨੇ ਕੁਝ ਬੱਚੇ ਪਾਰਟਿਸਿਪੈਂਟਸ ਹੁੰਦੇ ਨੇ ਔਨ ਐਨ ਐਵਰੇਜ? ਸਾਡੇ ਅਰਾਊਂਡ 2500 ਤੇ ਜ਼ਰੂਰ ਹੋ ਹੀ ਜਾਂਦੇ ਨੇ। 2500 ਹਾਂ ਐਵਰੀ ਈਅਰ ਜੀ, ਜਿਹੜੇ ਸਿਰਫ ਸਿੰਪੋਜ਼ੀਅਮ ਵਿੱਚ ਜੀ। ਤੇ ਸਾਡੇ ਜਿਹੜੇ ਕੀਰਤਨ ਦਾ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਹੈ 2007 ਵਿੱਚ, ਉਹਦੇ ਵਿੱਚ ਬੱਚੇ ਜਿਹੜੇ ਨੇ ਜਿਹੜੇ ਸ਼ਬਦ ਜਿਹੜੇ ਰਾਗ ਵਿੱਚ ਗੁਰੂ ਮਹਾਰਾਜ ਨੇ ਸ਼ਬਦ ਆਪੂ ਉਚਾਰਨ ਕੀਤੇ ਨੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਉਹ ਉਸੇ ਰਾਗ 'ਚ ਬੱਚਿਆਂ ਨੇ ਸ਼ਬਦ ਪੜ੍ਹਨਾ ਹੁੰਦਾ ਹੈ ਜੀ। ਤੇ ਨਾਲੇ ਜਿਹੜੇ ਤੰਤੀ ਸਾਜ਼ ਉਹਨਾਂ ਵੇਲੇ ਗੁਰੂ ਮਹਾਰਾਜ ਦੇ ਵੇਲੇ ਹੁੰਦੇ ਸੀ, ਰਬਾਬ, ਸਰੰਦਾ, ਤਾਉਸ ਵਗੈਰਾ, ਉਹ ਉਹਨਾਂ ਨੇ ਵਜਾਣੇ ਹੁੰਦੇ ਨੇ। ਉਹ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ 2007 ਤੋਂ। ਅੱਛਾ ਜੀ। ਉਹਦੇ ਵਿੱਚ ਵੀ ਤਕਰੀਬਨ 100 ਜੱਥੇ ਸਾਡੇ ਤਿਆਰ ਹੋ ਜਾਂਦੇ ਨੇ ਸਾਲ ਦੇ ਵਿੱਚ। ਅੱਛਾ ਜੀ।
ਤੇ 100 ਜੱਥਿਆਂ ਵਿੱਚ 5-5 ਗਰੁੱਪ ਦਾ ਇੱਕ ਜੱਥਾ ਹੁੰਦਾ ਇੱਕ ਹੈ, ਜੱਥਾ। 3 to 5 ਮਤਲਬ ਐਨੇ ਬੱਚੇ ਤਿਆਰ ਹੁੰਦੇ ਜਿਹੜੇ ਕਿ ਕੀਰਤਨ ਨਾਲ ਵੀ ਜੁੜੇ ਹੋਏ ਨੇ ਔਰ ਉਹ ਆਪਣਾ ਟ੍ਰੈਡੀਸ਼ਨਲ ਤਰੀਕੇ ਨਾਲ ਉਸੇ ਰਾਗ ਵਿੱਚ ਸ਼ਬਦ ਪੜ੍ਹ ਕਰਕੇ ਐਂਡ ਦੇ ਕੰਪੀਟ। ਹਾਂਜੀ। ਤੇ ਉਹਨਾਂ ਨੂੰ ਜਿਹੜੇ ਜੱਜ ਕਰਦੇ ਨੇ ਦੇ ਆਲਰੇਡੀ PhDs ਇਨ ਗੁਰਮਤ ਸੰਗੀਤ। ਮੈਂ ਇਹ ਪ੍ਰੋਗਰਾਮ ਮੈਂ ਕੰਪੀਟੀਸ਼ਨ ਵੇਖਿਆ ਹੈ ਔਰ ਮੈਂ ਇਹ ਟੈਸਟੀਫਾਈ ਕਰ ਸਕਦਾ ਕਿ ਬੜੇ ਉੱਚ ਕੋਟੀ ਦਾ ਬੜੇ ਹਾਈ ਲੈਵਲ ਦਾ ਇਹ ਜਿਹੜੇ ਪਰਫਾਰਮੈਂਸਿਸ ਹਨ ਉੱਥੇ ਦੇਖੀ ਜਾਂਦੀਆਂ ਹਨ। ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਕਰਮਜੀਤ ਜੀ, ਕੀਰਤਨ ਦਾ ਸਾਡੀ ਟ੍ਰੈਡੀਸ਼ਨ ਵਿੱਚ ਬਹੁਤ ਵੱਡਾ ਰੋਲ ਹੈ ਔਰ ਅਸੀਂ ਵੇਖਿਆ ਜਿਹੜੀ ਤੁਹਾਡੀ ਸਾਰੀ ਫਾਊਂਡੇਸ਼ਨ ਹੈ ਇਸ ਦੇ ਵਿੱਚ ਤੁਸੀਂ ਕਿਹਾ ਕਿ 2007 ਵਿੱਚ ਕੀਰਤਨ ਦਾ ਜਿਹੜਾ ਕੰਪੀਟੀਸ਼ਨ ਹੈ ਉਹ ਸਟਾਰਟ ਕੀਤਾ ਗਿਆ, ਬਟ ਇੱਕ ਬੜੇ ਮੇਜਰ ਲੈਵਲ ਤੇ ਇਹ ਕੀਤਾ ਜਾਂਦਾ ਹੈ। ਸਾਨੂੰ ਇਸ ਦੇ ਬਾਰੇ ਵਿੱਚ ਥੋੜਾ ਹੋਰ ਦੱਸੋਗੇ? ਬੜੇ ਸਫਿਸਟੀਕੇਟਡ ਲੈਵਲ ਤੇ ਛੋਟੇ ਛੋਟੇ ਬੱਚੇ ਪਰਫਾਰਮ ਕਰਦੇ ਹਨ ਔਰ ਉਹ ਤਾਂਤੀ ਸਾਜ਼ ਵਜਾਉਂਦੇ ਹਨ, ਕੀ ਇਸ ਦੇ ਬਾਰੇ ਥੋੜਾ ਦੱਸਣਾ ਚਾਹੋਗੇ? ਜਦੋਂ ਪ੍ਰੋਗਰਾਮ ਸਾਡਾ 1980 ਵਿੱਚ ਸ਼ੁਰੂ ਹੋਇਆ 1980 ਵਿੱਚ ਸਿੰਪੋਜ਼ੀਅਮ ਦਾ ਜੀ। ਉਹ ਕਰਦਿਆਂ ਸਾਨੂੰ ਹੋ ਗਏ 27 ਇਅਰਸ। ਤੇ ਫਿਰ ਸਰਦਾਰ ਸ਼ਮਸ਼ੇਰ ਸਿੰਘ ਨੂੰ ਇਹ ਖਿਆਲ ਆਇਆ ਕਿ ਬੱਚਿਆਂ ਨੂੰ ਗੁਰੂ ਇਤਿਹਾਸ ਦੇ ਬਾਰੇ, ਗੁਰੂ ਮਹਾਰਾਜ ਦੇ ਸਾਖੀਆਂ ਦੇ ਬਾਰੇ, ਸਿੱਖ ਹਿਸਟਰੀ ਦੇ ਬਾਰੇ ਤੇ ਕਾਫੀ ਨੌਲੇਜ ਹੋ ਗਈ ਹੈ ਜੀ। ਪਰ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਕੀਰਤਨ ਵਿੱਚ ਰਾਗਾਂ ਵਿੱਚ ਹੈ, ਉਹਦੇ ਬਾਰੇ ਕੋਈ ਧਿਆਨ ਨਹੀਂ ਦੇ ਰਿਹਾ। ਤੇ ਨਾਲੇ ਜਿਹੜੇ ਉਸ ਵੇਲੇ ਸਾਜ਼ ਵਜਦੇ ਸੀ ਉਹ ਸਾਜ਼ ਬਿਲਕੁਲ ਖਤਮ ਹੀ ਹੋ ਗਏ ਨੇ। ਸਾਰੇ ਬੰਦੇ ਹਾਰਮੋਨੀਅਮ ਲੈ ਕੇ ਕੀਰਤਨ ਕਰਦੇ ਨੇ, ਸਾਰੇ ਰਾਗੀ ਵੀ। ਤੇ ਉਹਨਾਂ ਦਾ ਖਿਆਲ ਹੈ ਵੀ ਕੋਈ ਨਾ ਕੁਝ ਕਰਨਾ ਚਾਹੀਦਾ ਹੈ, ਸਾਡੇ ਪੁਰਾਣਾ ਸਾਡਾ ਜਿਹੜਾ ਹੈਗਾ ਟ੍ਰੈਡੀਸ਼ਨ ਉਹ ਰਿਵਾਈਵ ਕਰਨਾ ਚਾਹੀਦਾ ਜੀ। ਤੇ ਜਿਸ ਰਾਗ ਵਿੱਚ ਸ਼ਬਦ ਪੜ੍ਹਿਆ ਲਿਖਿਆ ਹੋਵੇ ਉਹਦੇ ਬੰਦੇ ਜਨਰਲੀ ਰਾਗੀ ਕਿਸੇ ਨਾ ਕਿਸੇ ਹੋਰ ਰਾਗ ਵਿੱਚ ਜਾਂ ਸਿੰਪਲ ਧਾਰਨਾ ਵਿੱਚ ਸ਼ਬਦ ਪੜ੍ਹਦੇ ਨੇ। ਤੇ ਉਹਨਾਂ ਨੇ ਇਸ ਵਾਸਤੇ ਸੋਚਿਆ, ਸਲਾਹ ਕੀਤੀ ਤੇ ਮੇਰੇ ਨਾਲ ਗੱਲਬਾਤ ਹੋ ਰਹੀ ਸੀ ਤੇ ਕਹਿਣ ਲੱਗੇ ਵੀ ਕਰਮਜੀਤ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਇਸ ਵੇਲੇ ਰਬਾਬ ਮਿਲਦਾ ਹੀ ਨਹੀਂ ਕਿਧਰੇ, ਜੀ। ਕੋਈ ਬਣਾ ਹੀ ਨਹੀਂ ਰਿਹਾ। ਜੇ ਬਣਾ ਨਹੀਂ ਰਿਹਾ ਤੇ ਉਹਨਾਂ ਨੂੰ ਕੋਈ ਸਿਖਾਉਣ ਵਾਲੇ ਵੀ ਨਹੀਂ। ਅਸੀਂ ਸਲਾਹਾਂ ਕੀਤੀਆਂ, ਸਾਰੇ ਬੋਰਡ ਮੈਂਬਰਾਂ ਨਾਲ ਹੀ ਸਲਾਹ ਕੀਤੀ ਕਿ ਬਈ ਦਿਸ ਇਜ਼ ਰੀਮ ਲਾਈਕ ਐਨ ਅਪਹਿਲ ਟਾਸਕ, ਪਰ ਕਰਨਾ ਬਹੁਤ ਜ਼ਰੂਰੀ ਹੈ ਆਪਣੀ ਕਮਿਊਨਿਟੀ ਵਾਸਤੇ, ਆਪਣੇ ਰਿਲੀਜਨ ਵਾਸਤੇ, ਆਪਣੇ ਬੱਚਿਆਂ ਨੂੰ ਦੱਸਣ ਵਾਸਤੇ ਵੀ ਜਿਹਨੂੰ ਅਸੀਂ ਗੁਰੂ ਮੰਨਦੇ ਹਾਂ ਉਹ ਬਾਣੀ ਸਾਡੀ ਤੇ ਰਾਗਾਂ ਵਿੱਚ ਹੈ। ਤੇ ਸ਼ਮਸ਼ਾਰ ਸਿੰਘ ਨੇ ਪਰਸਨਲੀ ਲੋਕਾਂ ਨੂੰ ਫੋਨ ਕੀਤਾ, ਕਾਨਪੁਰ ਫੋਨ ਕੀਤਾ, ਇੰਡੀਆ ਦੀ ਜਗ੍ਹਾ ਫੋਨ ਕੀਤਾ ਵੀ ਰਬਾਬ ਕੋਈ ਬਣਾਉਂਦਾ ਹੈ। ਕਰਦੇ ਸਾਨੂੰ ਪਤਾ ਚੱਲਿਆ ਇੱਕ ਜਗ੍ਹਾ ਤੇ ਰਬਾਬ ਮਿਲਦੀ ਹੈ ਜੀ। ਉਹ ਉਹਨਾਂ ਨੂੰ ਟੈਪ ਕੀਤਾ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਸਾਨੂੰ ਰਬਾਬ ਹੋਰ ਚਾਹੀਦੀਆਂ ਹੋਣਗੀਆਂ। ਉਹ ਤੇ ਮਤਲਬ ਇੱਕ ਵਾਰੀ ਗੱਲ ਸ਼ੁਰੂ ਕਰਦਿਆਂ ਫਿਰ ਰਬਾਬ ਬਣਨੀਆਂ ਸ਼ੁਰੂ ਹੋ ਗਈਆਂ। ਫਿਰ ਸਾਨੂੰ ਉਹਨਾਂ ਨੂੰ ਟ੍ਰੇਨ ਕਰਨ ਵਾਲੇ ਬੰਦੇ ਢੂੰਡਣੇ ਪਏ ਜੀ। ਉਹ ਟ੍ਰੇਨਰ ਵੀ ਆਸ ਆਸਤੇ ਮਿਲ ਗਏ। ਹੁਣ ਇਸ ਵੇਲੇ ਤੁਸੀਂ ਦੇਖੋਗੇ ਸਾਡੇ ਦੇਖ ਰਹੇ ਸਾਹਮਣੇ ਜੀ ਕਿ ਤੰਤੀ ਸਵਾਬ ਅਸੀਂ ਕਹਿੰਦੇ ਹਾਂ ਇੱਕ ਇੰਸਟਰੂਮੈਂਟ ਵਜਾਣਾ ਇੱਕ ਬੰਦਾ ਜ਼ਰੂਰ ਵਜਾਵੇ ਉਸ ਗਰੁੱਪ ਦੇ ਵਿੱਚ, ਜੱਥੇ ਵਿੱਚ, ਭਾਵੇਂ 3 ਬੱਚਿਆਂ ਦਾ ਹੈਗਾ ਗਰੁੱਪ ਜਾਂ 5 ਬੱਚਿਆਂ ਦਾ ਹੈ, ਘੱਟ ਤੋਂ ਇੱਕ ਵਜਾਏ। ਅਸੀਂ ਹੈਰਾਨ ਹੈਗੇ ਹਾਂ। ਕਈ ਵਾਰੀ ਸਾਡੇ ਜੱਥੇ ਆਉਂਦੇ ਨੇ 5 ਦੇ 5 ਇਸ ਤਰ੍ਹਾਂ ਸਜਾ ਕੇ ਜਾ ਰਹੇ ਹੁੰਦੇ ਨੇ ਜੀ। And that is so amazing. They are so synchronized and each one they spend so much of time in just learning it. ਜੀ। ਹਾਲਾਂਕਿ ਮੈਂ ਔਰ ਪੌਲ ਕੰਧਾਰੀ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੋਈ ਸਿੱਖ ਲਈਏ। ਜੀ। ਅਸੀਂ ਦੋਵਾਂ ਨੇ ਇੱਕ ਸਾਲ ਪੂਰੀ ਟ੍ਰੇਨਿੰਗ ਲਈ। ਅੱਛਾ ਜੀ। It was so difficult. ਅਸੀਂ ਥੋੜੇ ਲੈਵਲ ਤੱਕ ਪਹੁੰਚੇ but then we had more appreciation. ਜੀ ਜੀ ਕਿ ਬੱਚੇ ਜਿਹੜੇ ਨੇ ਉਹਨਾਂ ਨੇ ਸਕੂਲ ਦੀਆਂ ਹੀ ਪੜ੍ਹਾਈਆਂ ਵੀ ਕਰਨੀਆਂ ਅਮਰੀਕਾ ਵਿੱਚ ਰਹਿ ਕੇ, ਜੀ। ਆਪਣੇ ਸਪੋਰਟਸ ਵਿੱਚ ਵੀ ਜਾਣਾ, ਹੋਰ ਐਕਟੀਵਿਟੀਜ਼ ਵੀ ਦੇਣੀਆਂ ਤੇ ਨਾਲ ਆਪਣੇ ਤੰਤੀ ਸਾਜ਼ ਸਿੱਖਣ ਵਾਸਤੇ ਇੰਨੀ ਮਿਹਨਤ ਕਰਨੀ। ਸੋ ਵੀ ਹੈਵ ਅ ਗ੍ਰੇਟ ਐਪਰੀਸੀਏਸ਼ਨ ਫॉर ਦ ਚਿਲਡਰਨ, ਉਹਨਾਂ ਦੇ ਟ੍ਰੇਨਰਸ ਔਰ ਪੇਰੈਂਟਸ ਵਾਸਤੇ ਜੀ। ਕਿ ਜਿਹੜੇ ਬੱਚੇ ਇਸ ਲੈਵਲ ਤੱਕ ਪਹੁੰਚੇ ਹੋਏ ਨੇ। ਤੇ ਉਹਨਾਂ ਨੂੰ ਦੇਖੀ ਹੁਣ ਸਾਡੇ ਰਾਗੀ ਵੀ ਜਿਹੜੇ ਨੇ ਉਹ ਵੀ ਤੁਸੀਂ ਦੇਖਿਆ ਹੋਣਾ, ਕੋਈ ਨਾ ਕੋਈ ਰਾਗੀ ਕੋਸ਼ਿਸ਼ ਕਰਦਾ ਅਸੀਂ ਕੋਈ ਨਾ ਕੋਈ ਇੰਸਟਰੂਮੈਂਟ ਲੈ ਕੇ ਵਜਾਈਏ ਤੇ ਅਸੀਂ ਇਸ ਪਾਸੇ ਆਈਏ। ਮੈਂ ਆਈ ਥਿੰਕ 2 ਇਅਰਸ ਬੈਕ ਨਿਊ ਜਰਸੀ ਵਿੱਚ ਅਟੈਂਡ ਕੀਤਾ ਸੀਗਾ ਇਹ ਪ੍ਰੋਗਰਾਮ ਤੇ ਬਹੁਤ ਸਾਰੇ ਬੱਚਿਆਂ ਦੇ ਜੱਥੇ ਸੀਗੇ। ਉਹ ਸਾਰੇ ਐਜ਼ ਯੂ ਸੈਡ ਕਿ ਉਹ ਰਬਾਬ ਵਜਾ ਰਹੇ ਸੀਗੇ ਤੇ ਇਹ ਡਿਫਰੈਂਟ ਜਿਹੜੇ ਜ਼ੋਨਸ ਹਨ, ਕਿਆ ਇੰਨੇ ਟ੍ਰੇਨਰਸ ਹੈਗੇ ਸਾਡੇ ਕੋਲ ਕਮਿਊਨਿਟੀ ਵਿੱਚ ਜੋ ਇੰਨੇ ਬੱਚਿਆਂ ਨੂੰ ਉਸ ਲੈਵਲ ਤੇ ਸਿਖਾ ਰਹੇ? ਸ਼ੁਰੂ ਵਿੱਚ ਤੇ ਟ੍ਰੇਨਰ ਨਹੀਂ ਆਏ ਸਨ ਜੀ। ਜਿਹੜੇ ਬੰਦੇ ਰਾਗੀ ਸਾਨੂੰ ਵੀ ਸਿਖਾਉਂਦੇ ਸਨ ਤੇ ਉਹਨਾਂ ਨੇ ਟ੍ਰੇਨ ਕਰਕੇ ਤੇ ਜਿਸ ਤਰ੍ਹਾਂ ਕਰਜੀਤ ਨੇ ਕਿਹਾ ਕਿ ਆਸਤੇ ਆਸਤੇ ਜਿਹੜਾ ਪ੍ਰੋਗਰਾਮ ਸ਼ੁਰੂ ਹੈ ਸੈਕੰਡ ਈਅਰ ਵਿੱਚ ਜੀ। ਸਾਨੂੰ 4-5 ਲੋਕ ਮਿਲ ਗਏ ਲੋਕਲ ਲੈਵਲ ਤੇ ਸ਼ੁਰੂ ਕੀਤਾ ਸੀ ਉਸ ਟਾਈਮ। ਜੀ ਜੀ। ਤੇ ਉਹ ਕਰਦੇ ਫਿਰ ਵਰਡ ਸਪਰੈਡ ਹੋ ਗਿਆ। ਪੈਰੈਂਟਸ ਨੂੰ ਵੀ ਇੰਟਰਸਟ ਆਇਆ ਕਿ ਬੱਚਿਆਂ ਨੂੰ ਵਾਕਈ ਰਾਗ ਨਾਲ ਜੋੜਨਾ ਚਾਹੀਦਾ ਹੈ, ਜੇ ਤਾਂਤਰਿਕ ਸਾਜ਼ ਨਾਲ ਜੋੜਨਾ ਚਾਹੀਦਾ ਹੈ। ਤੇ ਇਹਨਾਂ ਅੰਦਰ
सारंगी आ गई, ताउस आ गया, दिलरुबा आ गया जी। ते ये सारे इंस्ट्रूमेंट मिलने भी शुरू हो गए। तो जिस तरह वर्ड स्प्रेड होया उस तरह लगे कि होर काफ़ी जे ट्रेनर ऑल ओवर द कंट्री सन मिलने शुरू हो गए। तो हुण तो यह हाल है कि जेडे साढ़े सीनियर बच्चे है वो ट्रेनर बन गए। जी 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 जी। ਕਾਫੀ ਆਨਲਾਈਨ ਕਲਾਸਿਸ ਵੀ ਬੱਚਿਆਂ ਨੇ ਲਿੱਤੀਆਂ ਹੈਗੀਆਂ ਜੀ। ਨੇ ਤੇ ਉਹਦੇ ਨਾਲ ਵੀ ਕਾਫੀ ਫਾਇਦਾ ਹੁੰਦਾ ਰਿਹਾ। ਤੇ ਇੱਕ ਜਿਹੜੀ ਪੂਰੀ ਟ੍ਰੈਡੀਸ਼ਨ ਹੈ ਉਸ ਨੂੰ ਰਿਵਾਈਵ ਕੀਤਾ ਗਿਆ ਇਸ ਦੇ ਥਰੂ, ਕਿਉਂਕਿ ਇਹ ਰਬਾਬ ਵਗੈਰਾ ਸਾਨੂੰ ਨਹੀਂ ਸਨ ਦਿਖਦੇ, ਹਾਰਮੋਨੀਅਮ ਤੇ ਸਾਰੇ ਕੀਰਤਨ ਹੋ ਰਹੇ ਸਨ। ਹੁਣ ਇੰਨੇ ਜਿਹੜੇ ਬੱਚੇ ਨੂੰ ਤਿਆਰ ਹੋ ਰਹੇ ਨੇ, ਟ੍ਰੇਨਰਸ ਦੀ ਨੀਡ ਹੋ ਰਹੀ ਹੈ, ਹੁਣ ਇੰਸਟਰੂਮੈਂਟਸ ਦੀ ਨੀਡ ਪੈਦਾ ਹੋ ਰਹੀ ਹੈ। ਇਹ ਬਹੁਤ ਵੱਡੀ ਸੇਵਾ ਹੈ, ਬਹੁਤ ਵੱਡੀ ਅਕੰਪਲਿਸ਼ਮੈਂਟ ਹੈ। ਮੈਂ ਸਾਡੇ ਵਿਊਅਰਸ ਲਈ ਥੋੜਾ ਹੋਰ ਕਲੈਰਿਟੀ ਨਾਲ ਸਮਝਣਾ ਚਾਹਾਂਗਾ, ਜਿਹੜੇ ਤੁਸੀਂ ਜ਼ੋਨਸ ਬਣਾਏ ਦੇ ਇਹ ਕਿਵੇਂ, ਹਾਊ ਡਜ਼ ਇਟ ਵਰਕ? ਕਿੰਨੇ ਗੁਰੂ ਘਰ ਸਟੇਟ ਵਾਈਜ਼ ਹੁੰਦੇ ਨੇ? ਨੰਬਰ ਆਫ ਮੈਂ ਦੇਖ ਰਿਹਾ ਸੀਗਾ ਕਿ ਕੁਝ ਸੈਂਟਰਸ ਹੈਗੇ ਕਿ ਇੰਨੇ ਸੈਂਟਰਸ ਹੋਣ ਤੇ ਉਹਨਾਂ ਦਾ ਜ਼ੋਨ ਹੈਗਾ, ਥੋੜਾ ਇਸ ਦੇ ਉੱਪਰ ਚਾਨਣਾ ਪਾਓਗੇ? ਹਾਂਜੀ, ਅਸੀਂ ਜਦੋਂ ਸ਼ੁਰੂ ਕੀਤਾ ਪ੍ਰੋਗਰਾਮ ਜੀ ਉਸ ਵੇਲੇ ਸਿਰਫ ਰਿਚਮੰਡ ਹਿੱਲ ਗੁਰਦੁਆਰੇ ਦੇ ਵਿੱਚ ਬੱਚੇ ਸੀ ਜੀ, ਤੇ ਉਹਨਾਂ ਨੂੰ ਅਸੀਂ ਨਾਂ ਦੇ ਦਿੱਤਾ ਇੱਕ ਸੈਂਟਰ ਹੈਗਾ ਸਾਡਾ। ਠੀਕ ਹੈ ਜੀ। ਉਹ ਦੇਖਦਿਆਂ ਕੁਝ ਦੂਜੇ ਗੁਰਦੁਆਰਿਆਂ ਨੇ ਵੀ ਕਿਹਾ ਵੀ ਸਾਡੇ ਕੋਲ ਵੀ ਇਹ ਪ੍ਰੋਗਰਾਮ ਲੈ ਕੇ ਆਓ। ਅਸੀਂ ਉਹਨਾਂ ਦਾ ਨਾਮ ਵੀ ਇੱਕ ਸੈਂਟਰ ਦੇ ਦਿੱਤਾ। ਠੀਕ ਹੈ ਜੀ। ਤੇ ਸੈਂਟਰ ਇਜ਼ ਲਾਈਕ ਵਨ ਗੁਰਦੁਆਰਾ। ਅਸੀਂ ਰੱਖਿਆ ਹੋਇਆ ਕਿ ਘੱਟ ਘੱਟ 30 ਬੱਚੇ ਹੋਣ, ਦੈਨ ਵੀ ਰੈਕਗਨਾਈਜ਼ them ਐਜ਼ ਅ ਸੈਂਟਰ। ਠੀਕ ਹੈ। ਇਹ ਨਾ ਹੋਵੇ 4-5 ਬੱਚੇ ਹੋਣ ਤੇ ਅਸੀਂ ਕਹਦੇ ਵੀ ਇੱਕ ਸੈਂਟਰ ਹੈਗਾ, ਕਿਉਂਕਿ ਇੱਕ ਜਗ੍ਹਾ ਤੋਂ 30 ਬੱਚੇ ਹੈਗੇ ਨੂੰ ਕੰਪੀਟ ਕਰਦੇ ਪਏ ਨੇ, ਉਹਨਾਂ ਤੋਂ ਜਿਹੜੇ ਬੱਚੇ ਫਸਟ ਸੈਕੰਡ ਆਣਗੇ, ਦੂਜੇ ਬੱਚੇ ਜੋ 5 ਬੱਚਿਆਂ ਵਿੱਚ ਇੱਕ ਦੇ ਆਰ ਨਾਟ ਐਟ ਦ ਸੇਮ ਲੈਵਲ। ਸੋ ਜਸਟ ਟੂ ਗਿਵ ਸਮ ਰਿਸਪੈਕਟ। ਤੇ ਇਹ ਕੰਪੀਟੀਸ਼ਨ ਪਹਿਲੇ ਉਹ ਸੈਂਟਰ ਲੈਵਲ ਤੇ ਹੁੰਦਾ ਹੈ, ਸੈਂਟਰ ਲੈਵਲ ਹੈਗਾ which is 30 participants, at least 30 participants which is like a ਗੁਰਦੁਆਰਾ ਲੈਵਲ। ਠੀਕ ਹੈ ਜੀ। ਤੇ ਇਸ ਤਰ੍ਹਾਂ 3 ਜਾਂ 4 ਗੁਰਦੁਆਰੇ ਜਿਹਨੂੰ 3 ਜਾਂ 4 ਸੈਂਟਰ ਕਹਿੰਦੇ ਆ, ਉਹਨਾਂ ਜਿਹੜੇ ਬੱਚੇ ਫਸਟ ਔਰ ਸੈਕੰਡ ਆਪਣੇ ਗਰੁੱਪ ਵਿੱਚ ਆਏ ਹੁੰਦੇ ਨੇ, ਆਪਣੀ ਏਜ ਗਰੁੱਪ ਵਿੱਚ, ਉਹ ਜਦੋਂ ਕੰਪੀਟ ਕਰਦੇ ਨੇ, ਸੋ ਵੀ ਕੈਨ ਸੇ ਦੈਟ ਇਜ਼ ਲਾਈਕ ਅ ਜ਼ੋਨ ਸਾਡੀ ਟਰਮੀਨੋਲੋਜੀ ਵਿੱਚ, ਜਿਸ ਲਾਈਕ ਅ ਸਟੇਟ ਲੈਵਲ। ਅੱਛਾ ਜੀ। ਤੇ ਇਹ ਹਰ ਸਟੇਟ ਵਿੱਚ ਤੁਸੀਂ ਇਹ ਜ਼ੋਨ ਡਿਵਾਈਡ ਕੀਤੇ ਦੇ ਨੇ? ਹਾਂਜੀ, ਤੇ ਹਾਂਜੀ, ਹਰ ਇੱਕ ਜ਼ੋਨ ਦੇ ਸਾਡੇ ਹਰ ਇੱਕ ਸਟੇਟ ਦੇ ਵਿੱਚ ਜ਼ੋਨ ਵੀ ਹੈਗੇ ਨੇ। ਅੱਛਾ ਜੀ। ਸਟੇਟ ਲੈਵਲ ਸਰ ਫਲੋਰੀਡਾ ਵਿੱਚ ਹੈਗਾ, ਗ੍ਰੈਂਡ ਕੈਨਨ ਵਿੱਚ ਹੈਗਾ, ਹੂਸਟਨ ਟੈਕਸਸ ਵਿੱਚ ਹੈਗਾ, ਕੈਲੀਫੋਰਨੀਆ ਵਿੱਚ, ਸੈਨ ਹੋਜ਼ੇ, ਸੈਕਰਾਮੈਂਟੋ, ਐਸਾ ਤਰ੍ਹਾਂ ਲੰਡਨ ਵਿੱਚ ਦੱਸਿਆ ਪਾਲ ਜੀ ਨੇ, ਸਾਡੇ ਉੱਥੇ 4 ਜ਼ੋਨ ਨੇ, 20 ਗੁਰਦੁਆਰੇ ਨੇ, ਸੋ ਡਿਵਾਈਡਡ ਇਨਟੂ 4 ਜ਼ੋਨਸ। ਤੇ ਉਹ ਜਿਹੜੇ ਫਿਰ ਉਹ ਜ਼ੋਨ ਤੋਂ ਜਾਂ ਸਟੇਟ ਲੈਵਲ ਤੇ ਜਿਹੜੇ ਬੱਚੇ ਜਿੱਤ ਕੇ ਆਉਂਦੇ ਨੇ, ਦੇ ਕਮ ਟੂ ਦ ਇੰਟਰਨੈਸ਼ਨਲ ਲੈਵਲ, ਜਿਹੜਾ ਕਿ ਰਵਿੰਦਰ ਜੀ ਨੇ ਤੁਹਾਨੂੰ ਦੱਸਿਆ ਜੀ। ਸੋ ਦਿਸ ਕਮਿੰਗ ਫਰਮ ਦ ਸਟੇਟ ਲੈਵਲ ਕੰਪੀਟੀਸ਼ਨ, ਜਿਹੜਾ ਸੈਕੰਡ ਟੀਅਰ ਹੈਗਾ, ਉਹ ਜਿਹੜੇ ਜਿੱਤ ਕੇ ਆਉਂਦੇ ਨੇ, ਸੋ ਦੇ ਕਮ ਟੂ ਦ ਇੰਟਰਨੈਸ਼ਨਲ। ਇਸ ਸਾਲ ਦਾ ਇੰਟਰਨੈਸ਼ਨਲ ਲੱਕੀਲੀ ਸਾਡੇ ਕੋਲ ਹੋ ਰਿਹਾ ਹੈ ਨਿਊਯਾਰਕ ਵਿੱਚ, ਜੁਲਾਈ 27 to 30th। ਅੱਛਾ ਜੀ। ਐਂਡ ਲੌਂਗ ਆਈਲੈਂਡ ਵਿੱਚ ਵਿਲ ਬੀ ਹੋਸਟਿੰਗ them। ਇਹ ਮੈਂ ਚਾਹਾਂਗਾ ਕਿ ਸਾਡੇ ਵਿਊਅਰਸ ਦੇ ਬੈਨੀਫਿਟ ਲਈ ਤੁਸੀਂ ਡੇਟਸ ਦੁਬਾਰਾ ਦੱਸੋ। ਜੁਲਾਈ 27 to 30th। 3 ਜੁਲਾਈ। ਅੱਛਾ ਜੀ। ਇਹ ਉਹਦੇ ਤਕਰੀਬਨ 2500 ਬੱਚੇ ਆਲ ਓਵਰ ਦ ਵਰਲਡ, US ਤੋਂ, UK ਤੋਂ, ਕੇਨੀਆ ਤੋਂ, 3 ਕੰਟਰੀਜ਼ ਮੇਂ ਪਾਰਟਿਸਿਪੇਟ। ਇਹਦਾ ਕੀ ਹੁੰਦਾ, ਜਿਹੜੇ ਜ਼ੋਨ ਲੈਵਲ ਤੇ ਜਿਹੜੇ ਫਸਟ ਸੈਕੰਡ ਆਉਂਦੇ ਨੇ ਜੀ, ਉਹ ਆਉਂਦੇ ਨੇ ਇੰਟਰਨੈਸ਼ਨਲ ਲੈਵਲ ਤੇ। ਇੰਟਰਨੈਸ਼ਨਲ ਲੈਵਲ ਤੇ ਜਿਹੜੇ ਹੁਣ ਸਾਡੇ ਕੋਲ ਜ਼ੋਨ ਹੈਗੇ, ਹਰ ਜ਼ੋਨ ਤੋਂ ਸਾਡੇ ਕੋਲ ਈਚ ਗਰੁੱਪ ਦਾ 2 ਬੱਚੇ, 1 ਜਾਂ 2 ਬੱਚੇ ਆਏਗਾ। ਅੱਛਾ ਜੀ। ਤੇ ਟੋਟਲ ਅਟੈਂਡੈਂਸ ਜਿਹੜੀ ਹੋਏਗੀ ਬੱਚਿਆਂ ਦੀ ਮੇਰੇ ਖਿਆਲ 300 ਦੇ ਕਰੀਬ ਹੋ ਜਾਂਦੀ ਹੈ। ਕਿਉਂ ਕਰ ਜੀ? ਟੋਟਲ ਕੋਲ ਸਾਡੇ ਕੋਲ ਮਤਲਬ 125 ਬੱਚੇ ਹੋ ਜਾਣਗੇ, ਕਿਉਂਕਿ ਹਰ ਇੱਕ ਗਰੁੱਪ ਦਾ ਇੱਕੋ ਬੱਚਾ ਆ ਸਕਦਾ ਅੱਗੇ ਇੰਟਰਨੈਸ਼ਨਲ ਦਾ। ਅੱਛਾ ਜੀ। ਜਿਸ ਤਰ੍ਹਾਂ ਮੰਨ ਲਓ ਪਹਿਲਾ ਗਰੁੱਪ ਲੈ ਲਈ 6 ਤੋਂ 8 ਸਾਲ ਦਾ, ਠੀਕ ਹੈ। ਉਹਨਾਂ ਬੱਚਿਆਂ ਨੇ ਪਹਿਲਾਂ ਆਪਣੇ ਗੁਰਦੁਆਰੇ ਲੈਵਲ ਤੇ ਕੰਪੀਟ ਕੀਤਾ, ਉਹਨਾਂ ਜਿਹੜਾ ਫਸਟ ਸੈਕੰਡ ਆਏ ਉਹਨਾਂ ਨੇ ਸਟੇਟ ਲੈਵਲ ਤੇ ਕੰਪੀਟ ਕੀਤਾ। ਫਿਰ ਉਹਨਾਂ ਵਿੱਚ ਜਿਹੜਾ ਬੱਚਾ 6 ਤੋਂ 8 ਸਾਲ ਦਾ ਬੱਚਾ ਫਸਟ ਆਏਗਾ ਪੂਰੇ ਸਟੇਟ ਵਿੱਚੋਂ ਜੀ, ਦੈਟ ਓਨਲੀ 1 ਪਰਸਨ ਵਿਲ ਗੋ ਟੂ ਦ ਇੰਟਰਨੈਸ਼ਨਲ। ਠੀਕ ਹੈ ਜੀ, ਠੀਕ ਹੈ। ਤੇ ਅਸਰ 5 ਏਜ ਗਰੁੱਪ ਨੇ ਸਾਡੇ ਜੀ, ਤੇ 5 ਬੱਚੇ ਇੱਕ ਸਟੇਟ ਤੋਂ ਇੰਟਰਨੈਸ਼ਨਲ ਤੇ ਜਾ ਸਕਦੇ ਨੇ। ਠੀਕ ਹੈ। ਸੋ ਵੀ ਹੈਵ 25 ਸਟੇਟਸ, 25 ਜ਼ੋਨਸ, ਸੋ 125 ਬੱਚੇ ਜਿਹੜੇ ਨੇ they can come to the international. This becomes a very prestigious honor. I was out of the 2500, I was one of the 125 which came to the international. ਬਿਲਕੁਲ ਜੀ, ਬਿਲਕੁਲ ਬਿਲਕੁਲ। ਇਹ ਜਿਹੜਾ ਹੈਗਾ ਸਪੀਚ ਕੰਪੀਟੀਸ਼ਨ, ਸਪੀਚ ਕੰਪੀਟੀਸ਼ਨ ਦੀ ਗੱਲ ਹੋ ਰਹੀ ਹੈ। ਸਪੀਚ ਕੰਪੀਟੀਸ਼ਨ, ਹਾਂਜੀ, ਸਪੀਚ ਕੰਪੀਟੀਸ਼ਨ ਦੀ ਗੱਲ। ਜੀ ਜੀ। ਨਹੀਂ ਤਾਂ ਹੀ ਇਹਨੇ ਐਜ਼ ਵੀ ਸੈਡ ਇਨ ਦ ਬਿਗਨਿੰਗ, ਇਹਨੇ ਹਾਈ ਲੈਵਲ ਜਿਹੜਾ ਹੈ ਉਹ ਮੇਨਟੇਨ ਕੀਤਾ ਜਾਂਦਾ ਹੈ, ਔਰ ਬੱਚਿਆਂ ਵਾਸਤੇ ਵੀ ਇੱਕ ਬੜਾ ਕੌਨਫੀਡੈਂਸ ਔਰ ਬੜਾ ਐਨਰਿਚਿੰਗ ਐਕਸਪੀਰੀਅੰਸ ਹੈਗਾ ਇਹ ਸਾਰਾ।
ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਕਰਮਜੀਤ ਜੀ, ਤੁਸੀਂ ਸਾਨੂੰ ਇਹ ਜੇ ਸਿੰਪੋਜ਼ੀਅਮ ਦੇ ਸਾਰੇ ਜਿਹੜਾ ਸਿਸਟਮ ਉਸ ਨੂੰ ਸਮਝਾਇਆ ਕਿ ਕਿਵੇਂ ਜ਼ੋਨਸ ਵਿੱਚ ਵਟੇ ਦੇ ਨੇ ਬੱਚੇ ਔਰ ਕਿਵੇਂ ਅੱਗੇ ਆਉਂਦੇ ਨੇ। ਜਿਹੜੇ ਕੀਰਤਨ ਵਿੱਚ ਉਸ ਦੇ ਵਿੱਚ ਵੀ ਇੰਨੇ ਹੀ ਜ਼ੋਨਸ ਹੈਗੇ, ਉਹ ਵੀ ਇਦਾਂ ਹੀ ਡਿਵਾਈਡਡ ਹੈਗਾ? ਕੀਰਤਨ ਦੇ ਵਿੱਚ ਕਿਉਂਕਿ ਸਿੰਪੋਜ਼ੀਅਮ ਵਿੱਚ ਕੱਲਾ ਕੱਲਾ ਬੱਚਾ ਰਿਪਰੈਜ਼ੈਂਟ ਕਰ ਸਕਦਾ, ਆਪਣੇ ਆਪ ਨੂੰ ਐਂਟਰ ਕਰ ਸਕਦਾ ਹੈ, ਰਜਿਸਟਰ ਕਰ ਸਕਦਾ, ਪਾਰਟਿਸਿਪੇਟ ਕਰ ਸਕਦਾ ਹੈ ਜੀ। ਪਰ ਕੀਰਤਨ ਵਾਸਤੇ ਘੱਟੋ 3 ਜਾਂ 5 ਬੱਚਿਆਂ ਨੇ ਇਕੱਠਿਆਂ ਕਰਨਾ ਹੁੰਦਾ ਹੈ। ਇਸ ਕਰਕੇ ਅਸੀਂ ਐਕਸਪੈਕਟ ਨਹੀਂ ਕਰਦੇ ਕਿ ਬਈ 2500 ਬੱਚੇ ਜਿਹੜੇ ਨੇ ਉਹ ਕੀਰਤਨ ਵਿੱਚ ਇਕੱਠੇ ਆਣਗੇ। ਜੀ। ਸੋ ਵੀ ਐਕਸਪੈਕਟ ਲਾਈਕ 100 ਜਥਾਸ which ਅੱਛਾ ਜੀ। becomes 500 participants। ਅੱਛਾ ਜੀ। ਤੇ ਉਹਨਾਂ ਨੂੰ ਅਸੀਂ ਵੰਡਿਆ ਹੋਇਆ ਇਸ 5 ਰੀਜਨ ਦੇ ਵਿੱਚ ਇੰਸਟੈਡ ਆਫ ਜ਼ੋਨਸ। ਠੀਕ ਸੋ ਹੈ ਜੀ। ਦੈਟ ਇਜ਼ ਅ ਡਿਫਰੈਂਟ ਆਰਗੇਨਾਈਜੇਸ਼ਨ। ਜਿਸ ਤਰ੍ਹਾਂ ਕਿ ਸਾਡਾ ਈਸਟਰਨ ਰੀਜਨ ਹੈਗਾ ਇੱਕ ਸਾਡਾ, ਜੀ ਜੀ। ਉਹਦੇ ਵਿੱਚ ਨਿਊ ਜਰਸੀ, ਮਿਸ਼ੀਗਨ, ਫਲੋਰੀਡਾ, ਨਿਊਯਾਰਕ ਇਹ ਮਿਲਾ ਕੇ ਇੱਕ ਜ਼ੋਨ ਸਾਡੇ ਰੀਜਨ ਬਣਾਤਾ ਸੀ, ਈਸਟਰਨ ਰੀਜਨ। ਉਸ ਤਰ੍ਹਾਂ ਸਾਡਾ ਇੱਕ ਹੈਗਾ ਇਧਰ ਸਦਰਨ ਰੀਜਨ ਆਖਨੇ ਅਸੀਂ ਇਹਦੇ ਵਿੱਚ, ਉਹਦੇ ਟੈਕਸਸ ਤੇ ਆਸ-ਪਾਸ ਦੇ ਏਰੀਏ ਜਿਹੜੇ ਨੇ ਉਹ ਮਿਲਾ ਕੇ ਦੈਟਸ ਵਨ ਰੀਜਨ ਹੂਸਟਨ। ਠੀਕ ਹੈ ਜੀ। ਉਸੇ ਤਰ੍ਹਾਂ ਹੀ ਸਾਡਾ ਵੈਸਟ ਵਿੱਚ 2 ਹੈਗੇ ਨੇ ਕਿਉਂਕਿ ਉੱਥੇ ਪਾਪੂਲੇਸ਼ਨ ਜ਼ਿਆਦਾ ਹੈ ਜੀ। ਤੇ ਵੈਸਟਰਨ ਨਾਰਥ ਵਿੱਚ ਦੇਸ ਵਨ ਰੀਜਨ ਆਫ ਕੀਰਤਨ, ਵੈਸਟਰਨ ਸਾਊਥ ਵਿੱਚ LA ਏਰੀਆ ਵਿੱਚ ਦੇਸ ਵਨ ਰੀਜਨ। ਤੇ 5ਵਾਂ ਰੀਜਨ ਸਾਡਾ ਹੈਗਾ ਲੰਡਨ ਵਿੱਚ। ਅੱਛਾ ਜੀ। ਤੇ ਬੱਚੇ ਪਹਿਲਾਂ ਪਾਰਟਿਸਿਪੇਟ ਕਰਦੇ ਨੇ ਆਪਣੇ ਰੀਜਨ ਦੇ ਵਿੱਚ। ਉੱਥੋਂ ਜਿਹੜੇ ਬੱਚੇ ਕੁਆਲੀਫਾਈ ਕਰਦੇ ਨੇ ਟੂ ਗੋ ਟੂ ਇੰਟਰਨੈਸ਼ਨਲ ਬਿਕਾਜ਼ ਆਫ ਦ ਮਾਰਕਸ ਦੇ ਆਰ ਗਿਵਨ ਬਾਈ ਦ ਜੱਜਸ। ਜੀ। ਓਨਲੀ ਦੋਜ਼ ਜੱਜਸ ਦੇ ਕਮ ਟੂ ਦ ਇੰਟਰਨੈਸ਼ਨਲ ਲੈਵਲ। ਰਵਿੰਦਰ ਜੀ, ਇਹ ਇੰਨੇ ਵੱਡੇ ਲੈਵਲ ਤੇ ਸਾਰਾ ਕੋਆਰਡੀਨੇਟ ਕਰਨਾ ਔਰ ਇਨ ਕੰਪੀਟੀਸ਼ਨ ਨੂੰ ਜੱਜ ਕਰਨਾ, ਬਹੁਤ ਵੱਡੀ ਕੋਆਰਡੀਨੇਸ਼ਨ ਚਾਹੀਦੀ ਹੈ ਜੱਜਸ ਦੇ ਨਾਲ ਵੀ। ਉਹ ਕਿਵੇਂ ਕਰਦੇ ਹੋ ਤੁਸੀਂ? ਜੱਜਿਸ ਨੂੰ ਜਿਸ ਤਰ੍ਹਾਂ ਪਹਿਲਾਂ ਬੋਰਡ ਮੈਂਬਰ ਪੂਰੇ ਡਿਸਾਈਡ ਕਰਦੇ ਨੇ ਕਿ ਇਸ ਸਾਲ ਕਿਹੜੇ ਜੱਜਿਸ ਹੋਣਗੇ, ਪੈਨਲਸ ਬਣਦੇ ਨੇ ਪੂਰੇ। ਹਾਂਜੀ, ਪੂਰਾ ਪੈਨਲ ਬਣਦਾ ਹੈਗਾ ਜੀ। ਤੇ ਵੈਰੀ ਕੁਆਲੀਫਾਈਡ ਜੱਜਿਸ ਰੱਖਦੇ ਹੈਗੇ ਆ ਜੀ। ਤੇ ਉਹਨਾਂ ਕੋਲ ਮਾਰਕ ਸ਼ੀਟ ਦੇ ਉੱਤੇ ਡਿਵਾਈਡ ਕੀਤੇ ਜਾਂਦੇ ਹੈਗੇ ਨੇ ਕਿ ਵੀ ਇਸ ਏਰੀਆ ਦੇ ਵਿੱਚ ਇਤਨੇ ਮਾਰਕਸ ਨੇ ਉਹਨਾਂ ਨੇ ਦੇਣੇ ਨੇ, ਇਸ ਏਰੀਆ 'ਚ ਸੋ ਸ਼ੀਟਸ ਜਿਸ ਤਰ੍ਹਾਂ ਬਣੀਆਂ ਹੁੰਦੀਆਂ ਨੇ ਜੀ। ਤੇ ਦੈਨ ਦੇ ਸਕੋਰ ਅਕੋਰਡਿੰਗਲੀ ਐਂਡ ਫਿਰ ਅਸੀਂ ਕੰਪਾਈਲ ਕਰਦੇ ਹਾਂ ਰਿਜ਼ਲਟ ਦਾ। ਤੇ ਇਟ ਇਜ਼ ਅ ਹੈਕਟਿਕ ਜੌਬ ਬਟ ਵੀ ਅਕੰਪਲਿਸ਼। ਬਹੁਤ ਵੱਡਾ ਐਫਰਟ ਹੈ। ਨਾਲੇ ਆਈ ਜਸਟ ਵਾਂਟ ਟੂ ਐਡ ਵਨ ਮੋਰ ਥਿੰਗ ਟੁਵਰਡਸ ਸ਼ੀ ਸੈਡ ਮੇਕ ਸ਼ੋਰ ਕਰਦੇ ਨੇ ਕਿ ਜਿਹੜੇ ਜੱਜਿਸ ਹੈਗੇ ਨੇ ਜੀ, ਉਹਨਾਂ ਨੇ ਆਪ ਸਾਰੀ ਕਿਤਾਬਾਂ ਪੜ੍ਹੀਆਂ ਹੋਣ। ਜੀ ਜੀ ਜੀ। ਅਗਰ ਉਹਨਾਂ ਨੇ ਆਪ ਕਿਤਾਬਾਂ ਨਹੀਂ ਪੜ੍ਹੀਆਂ ਹੋਣ ਤਾਂ ਹਾउ ਕਿ ਜੱਜ ਕਿਸ ਕਰਾਂਗੇ ਅੱਗੇ? ਬੱਚੇ ਨੂੰ ਅਗਰ ਜੱਜ ਕਰਨਾ ਹੈ ਤਾਂ ਜੀ। ਜੱਜਿਸ ਨੂੰ ਆਉਣਾ ਪਤਾ ਹੋਣਾ ਚਾਹੀਦਾ ਹੈ। ਇਹਨਾਂ ਦੀ ਇਹ ਕਾਫੀ ਸਟ੍ਰਿਕਟ ਹੁੰਦੇ ਉਸ ਮਾਮਲੇ 'ਚ, ਮੇਕ ਸ਼ੋਰ ਕਰਦੇ ਕਿ ਹਾਂਜੀ ਤਾਂ ਨਹੀਂ ਪੌਲ ਜੀ, ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਸੀਗਾ ਕਿ ਜਿਹੜੇ ਸਿੰਪੋਜ਼ੀਅਮ ਹੁੰਦਾ ਹੈ ਉਹ ਆਪਾਂ ਵੇਖਿਆ ਉਹਦੇ ਤੁਸੀਂ ਕੁਝ ਬੁੱਕਸ ਅਸਾਈਨ ਕਰਦੇ ਹੋ ਪਾਰਟਿਕੂਲਰ ਗਰੁੱਪਸ ਨੂੰ। ਹਾਂਜੀ। ਤੇ ਉਹ ਜਿਹੜਾ ਰਿਸੋਰਸ ਹੈ ਉਹ ਕਿੱਧਰੋਂ ਆਉਂਦਾ ਹੈ? ਹੂ ਕ੍ਰੀਏਟਸ ਦੈਟ ਰਿਸੋਰਸ? ਦੇਖੋ ਸ਼ੁਰੂ 'ਚ ਅਸੀਂ ਰਿਸੋਰਸ हेमकुंड फाउंडेशन ਜਿਹੜਾ हेमकुंड बुक सेंटर ਜਿਹੜਾ ਨਿਊਯਾਰਕ ਇੰਡੀਆ ਹੈਗਾ ਜੀ, ਉਹ ਕਾਫੀ ਹੈਲਪ ਕਰਦੇ ਸੀ ਸ਼ੁਰੂ 'ਚ। ਆਈਡੀਆ ਇਹ ਸੀ ਕਿ ਜੀ ਪਹਿਲਾਂ 3 ਜਿਹੜੇ ਗਰੁੱਪ ਹੈਗੇ ਉਹਨਾਂ ਤੇ ਅਸੀਂ 10 ਗੁਰੂਆਂ ਨੂੰ ਕਵਰ ਕਰ ਲਈਏ। ਅੱਛਾ ਜੀ। ਪਰ ਉਹਦਾ ਤਾਂ ਫਿਰ ਜਿਸ ਤਰ੍ਹਾਂ ਸਾਡਾ ਪ੍ਰੋਗਰਾਮ ਵੱਧਦਾ ਗਿਆ, ਪ੍ਰੋਬਲਮ ਇਹ ਆਉਂਦੀ ਸੀ ਹਰ ਸਾਲ ਕਿ ਇੱਕ ਤੇ ਅਮਰੀਕਨ ਇੰਗਲਿਸ਼ ਨਹੀਂ ਸੀ, ਬੱਚਿਆਂ ਨੂੰ ਬਹੁਤ ਕਿਤਾਬਾਂ ਦੇ ਬਾਰੇ ਬਹੁਤ ਕੰਪਲੇਨ ਆਇਆ ਸੀ। ਅੱਛਾ। ਬਹੁਤ ਜ਼ਿਆਦਾ ਕੰਪਲੇਨ ਸੀ ਤੇ ਨਾਲੇ ਉਹਨਾਂ ਦੀ ਲੈਂਗੁਏਜ ਦੀ ਸਮਝ ਆਉਂਦੀ ਸੀ। ਜੇ ਸਾਖੀਆਂ ਸਨ ਕਾਫੀ ਮਿਥੀਕਲ ਵੀ ਸਨ, ਕੋਈ ਰਿਐਲਿਟੀ ਨਹੀਂ ਸੀ। ਤੇ ਹਰ ਸਾਲ ਕੋਈ ਨਾ ਕੋਈ ਇੰਪਰੂਵਮੈਂਟ ਕਰਦੇ ਰਹੇ ਉਹ ਕਿਤਾਬਾਂ ਦੇ ਬਾਰੇ 'ਚ। ਤੇ ਫਿਰ ਕਈ ਲੋਕਾਂ ਨੇ ਅਸੀਂ ਹਾਇਰ ਵੀ ਕੀਤਾ, ਕਈ ਲੋਕਾਂ ਨੇ ਰਿਟੇਨ ਵੀ ਕੀਤਾ ਔਨ ਪੇਮੈਂਟ ਬੇਸਿਸ ਤੇ ਕਿ ਤੁਸੀਂ ਕਿਤਾਬਾਂ ਲਿਖ ਦਿਓ, ਫਸਟ ਗਰੁੱਪ, ਸੈਕੰਡ ਗਰੁੱਪ, ਥਰਡ ਗਰੁੱਪ ਦੀਆਂ। ਅੱਛਾ ਜੀ। ਐਂਡ ਵਿੱਚ ਆ ਕੇ ਫਿਰ ਕਰਮਜੀਤ ਨੇ ਕਿਹਾ ਕਿ ਇਹ ਕੰਮ ਨਹੀਂ ਹੋ ਸਕਦਾ ਤੇ ਮੈਂ ਆਪ ਹੀ ਕਰਨਾ। ਤੇ ਉਹਦੇ ਥੋੜੀ ਡਿਟੇਲ ਦੱਸ ਦਿਓ ਕਰਮਜੀਤ ਜੀ ਕਿ ਹਾਊ ਦੈਟ ਸਟਾਰਟਡ। ਜੀ। ਹਾਂਜੀ, ਅਸੀਂ ਫਿਰ ਆਪੇ ਹਿੰਮਤ ਕੀਤੀ ਕਿ ਚਲੋ ਸਾਨੂੰ ਹੁਣ ਬੱਚਿਆਂ ਨਾਲ ਇੰਟਰੈਕਟ ਕਰਦੇ ਆ, ਇੰਨੇ ਸਾਲ ਹੋ ਗਏ ਨੇ ਜੀ। ਤੇ ਸਾਨੂੰ ਬੱਚਿਆਂ ਦੇ ਕੁਐਸਚਨ ਇਹ ਸਮਝ ਆ ਗਏ ਨੇ ਬੱਚੇ ਕੀ ਚਾਹੁੰਦੇ ਨੇ, ਪੇਰੈਂਟਸ ਦੇ ਬਾਰੇ ਵੀ ਪਤਾ ਚੱਲ ਗਿਆ ਹੈ ਕਿ ਜਿੰਨੀ ਦੇਰ ਅਸੀਂ ਗੁਰੂ ਮਹਾਰਾਜ ਦਾ ਰੀਅਲ ਮੈਸੇਜ ਲੌਜੀਕਲ ਤਰੀਕੇ ਨਾਲ ਜਾਂ ਸੈਂਸੀਬਲ ਤਰੀਕੇ ਨਾਲ ਉਹਨਾਂ ਨੂੰ ਨਾ ਸਮਝਾਈਏ, ਸੋ ਦੇ ਹੈਵ ਕੁਐਸਚਨਸ ਜੀ। ਸੋ ਦੇ ਡੋਂਟ ਵਾਂਟ ਟੂ ਬਿਲੀਵ ਇਨ ਮਿਰੇਕਲਸ। ਜੀ, ਜੀ। ਮਿਰੇਕਲਸ ਇਜ਼ ਅ ਡਿਫਰੈਂਟ ਕੈਟੇਗਰੀ। ਜੀ। ਉਹਦਾ ਸਾਡੇ ਜੀਵਨ ਨਾਲ ਅਸੀਂ ਕੀ ਕਰਨਾ ਹੈ, ਗੁਰੂ ਮਹਾਰਾਜ ਤੋਂ ਕੀ ਸਿੱਖਿਆ ਹੈ, ਆਪਣਾ ਜੀਵਨ ਕਿਸ ਤਰ੍ਹਾਂ ਸੁਧਾਰ ਸਕਨੇ ਆ, ਬੱਚੇ ਸਮਝਦੇ ਕੋਈ ਰਿਲੇਟ ਨਹੀਂ ਕਰ ਸਕਦੇ ਅਸੀਂ ਉਹਨਾਂ ਕੁਐਸਚਨਸ ਨੂੰ ਉਹਦੇ ਕਮੈਂਟਸ ਸੁਣ ਕੇ ਤੇ ਸਾਰੀਆਂ ਕਿਤਾਬਾਂ ਫਿਰ ਆਪੇ ਲਿਖੀਆਂ ਨੇ।
ਅੱਛਾ ਜੀ। ਕਿਤਾਬਾਂ ਲਿਖ ਕੇ ਫਿਰ ਆਪਣੇ ਸਾਰੇ ਜ਼ੋਨਸ ਨੂੰ ਭੇਜੀਆਂ ਕਿ ਤੁਸੀਂ ਲੋਕ ਦੇਖ ਲਵੋ, ਸਾਰੇ ਪੇਰੈਂਟਸ ਨੂੰ ਵੀ ਦਿਖਾ ਲਵੋ, ਤਾਂ ਕਿ ਵੀ ਕੋਈ ਵੀ ਕਮੈਂਟ ਦੇਣਾ ਹੋਵੇ, ਕਿਸੇ ਨੇ ਸੁਜੈਸ਼ਨ ਕਰਨਾ ਹੋਵੇ ਹਾਊ ਵੀ ਕੈਨ ਇੰਪਰੂਵ। ਉਹ ਕਰਵਾਉਣ ਤੋਂ ਬਾਅਦ ਫਿਰ ਸਾਨੂੰ ਇੱਕ ਅਮਰੀਕਨ ਸਿੱਖ ਲੇਡੀ ਮਿਲ ਗਈ ਜੀ। ਸੋ ਸ਼ੀ ਇਜ਼ ਬੇਸਿਕਲੀ ਇਨ ਦ ਲਿਟਰੇਚਰ ਅੱਛਾ ਜੀ। ਐਂਡ ਸ਼ੀ ਇਜ਼ ਐਨ ਵੈਰੀ ਐਕਸਲੈਂਟ ਐਡੀਟਰ। ਅੱਛਾ ਜੀ। ਉਹਦੇ ਕੋਲੋਂ ਅਸੀਂ ਫਿਰ ਇੰਗਲਿਸ਼ ਪੋਲਿਸ਼ ਕਰਵਾ ਕੇ ਤੇ ਆਪਣੀ ਕਿਤਾਬ ਪਹਿਲਾਂ ਲਿਖ ਲਏ ਤਾਂ ਕਿ ਜਿਹਦੇ ਉਹਦੀ ਲੌਜੀਕਲ ਔਰ ਸੈਂਸੀਬਲ ਤਰੀਕੇ ਨਾਲ ਮੈਸੇਜ ਹੋਵੇ। ਦੈਨ ਵੀ ਗਾਟ ਇਟ ਮਤਲਬ ਐਡੀਟਡ ਇਨ ਦ ਪ੍ਰੋਪਰ ਅਮਰੀਕਨ ਇੰਗਲਿਸ਼ ਐਂਡ ਨਾਓ ਦੇ ਆਰ ਅਵੇਲੇਬਲ ਔਨ ਆਵਰ ਵੈਬਸਾਈਟ ਵਿਚ ਆਰ ਫ੍ਰੀ ਆਫ ਕਾਸਟ, ਤਾਂ ਕਿ ਕੋਈ ਵੀ ਬੰਦਾ ਕਿਸੇ ਸੰਡੇ ਸਕੂਲ ਵਿੱਚ ਕਿਧਰ ਵੀ ਲਗਾਉਣਾ ਚਾਹਵੇ, we are not saying these are reserved, there's no rights, so we are open and anybody can use it, so they are available on website। ਅੱਛਾ, ਇਹ ਮਟੀਰੀਅਲ ਜਿਹੜਾ ਇਹ ਤੁਸੀਂ ਆਪ ਤਿਆਰ ਕੀਤਾ ਹੋਇਆ ਹੈ? ਹਾਂਜੀ। ਔਰ ਜਿਹੜਾ ਤੁਸੀਂ ਪਬਲਿਕ ਪਲੇਟਫਾਰਮ ਤੇ ਪ੍ਰੈਜ਼ੈਂਟ ਕੀਤਾ ਹੋਇਆ ਹੈ, ਕੋਈ ਵੀ ਉਸ ਨੂੰ ਐਕਸੈਸ ਕਰ ਸਕਦਾ ਹੈ? Access ਕਰ ਸਕਦਾ ਹੈ। ਵਿਦਆਊਟ any charges? Without any permission, we don't even want them to please come for permission. It is just a seva, and we spend zero money. This is all volunteer work, and there is no cost to it, and it is just ਤਾਂ ਕਿ ਬੱਚਿਆਂ ਦਾ ਨੂੰ ਕੋਈ ਮਟੀਰੀਅਲ ਚੰਗਾ ਮਿਲੇ। I hope ਸਾਡੇ ਵਿਊਅਰਸ ਇਹਨੂੰ ਕਲੋਜ਼ਲੀ ਸੁਣ ਰਹੇ ਹਨ ਔਰ ਸਮਝ ਰਹੇ ਹਨ ਕਿ ਇਹ ਕਿੰਨੀ ਵੱਡੀ ਸੇਵਾ ਹੈ ਔਰ ਇਸ ਦੇ ਪਿੱਛੇ ਕਿੰਨਾ ਵੱਡਾ ਐਫਰਟ ਹੈਗਾ, ਔਰ ਇਸ ਦਾ ਜਿਹੜਾ ਬੜੇ ਟੈਂਜੀਬਲ ਰਿਜ਼ਲਟ ਸਾਹਮਣੇ ਨਜ਼ਰ ਆਉਂਦੇ ਨੇ। ਬੱਚੇ ਜਿਹੜੇ ਇਸ ਦੇ ਨਾਲ ਇਨਵੋਲਵਡ ਰਹੇ ਨੇ, ਉਹ ਮਟੀਰੀਅਲ ਪੜ੍ਹ ਕੇ ਉਹ ਸਿੱਖਦੇ ਨੇ, ਉਹ ਸਮਝਦੇ ਨੇ। ਇਹ ਜਿਹੜੇ ਮਿਊਜ਼ਿਕ ਕੰਪੀਟੀਸ਼ਨ ਹੈਗੇ ਉਸ ਦੇ ਵਿੱਚ ਉਹ ਤਾਂਤੀ ਸਾਜ਼ਾਂ ਨੂੰ ਇੱਕ ਪੂਰੀ ਟ੍ਰੈਡੀਸ਼ਨ ਨੂੰ ਰਿਵਾਈਵ ਕਰ ਦਿੱਤਾ ਹੈ। ਇਸ ਕਨਸੈਪਟ ਨੇ, ਇਸ ਵਿਜ਼ਨ ਨੇ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਇੱਕ ਚੀਜ਼ ਹੋਰ, ਤੁਹਾਡਾ ਤੀਸਰਾ ਇੱਕ ਪਲੇਟਫਾਰਮ ਹੋਰ ਹੈਗਾ ਵਿਚ ਇਜ਼ ਡਿਜੀਟਲ ਵੌਇਸ। ਡਿਜੀਟਲ ਵੌਇਸ, ਹਾਂਜੀ ਹਾਂਜੀ, ਕੀ ਹੈਗਾ ਉਹ? ਉਹ ਕਨਸੈਪਟ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਸਿੱਖ ਲਾਈਨਸ ਨਾਲ ਕੈਲੀਫੋਰਨੀਆ ਤੇ ਚੈਪਮਨ ਯੂਨੀਵਰਸਿਟੀ ਜੇ ਕੈਲੀਫੋਰਨੀਆ ਜਾ ਕੇ ਫਿਲਮ ਇੰਸਟੀਚਿਊਟ ਚੈਪਮਨ ਯੂਨੀਵਰਸਿਟੀ, ਉਹਨਾਂ ਦਾ ਜਿਹੜਾ ਚਾਂਸਲਰ ਸੀ ਉਹ ਇੱਕੋ ਹੀ ਕਹਿੰਦਾ ਸੀ ਕਿ ਜਿਹੜੇ ਤੁਸੀਂ ਆਪਣੇ ਸਿੱਖ ਦੇ ਬਾਰੇ ਸਟੋਰੀ ਦੱਸਣੀ ਹੈ, ਸਿੱਖ ਅਸੀਂ ਆਪ ਹੀ, ਸਾਡੇ ਆਪਣੇ ਬੱਚੇ ਹੀ ਸਟੋਰੀ ਦੱਸ ਸਕਦੇ ਨੇ ਜੀ। ਤੇ ਉਸ ਕਰਕੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਕਿ ਅਸੀਂ ਅੱਜ ਕੱਲ੍ਹ ਸਭ ਕੋਲ ਆਈਫੋਨ ਹੈਗੀ, ਸੈੱਲਫੋਨ ਹੈਗੀਆਂ ਜੀ। ਤੇ ਅਸੀਂ ਸ਼ੁਰੂ ਕੀਤਾ ਕਿ ਛੋਟੀ ਸ਼ਾਰਟ ਫਿਲਮ ਬਣਾ ਲਓ, ਇੱਕ ਸਬਜੈਕਟ ਦੇ ਦਿੰਦੇ, ਇੱਕ ਸ਼ੂਟ ਐਨੀਥਿੰਗ ਫਿਲਮ ਕਰ ਲਓ। ਤੇ ਚੈਪਮਨ ਯੂਨੀਵਰਸਿਟੀ ਥਰੂ ਔਰ ਸਿੱਖ ਲਾਈਨਸ ਦੇ ਨਾਲ ਕੋਆਰਡੀਨੇਟ ਕਰਕੇ ਉਹ ਇਹਨਾਂ ਬੱਚਿਆਂ ਨੂੰ ਟ੍ਰੇਨ ਕਰਦੇ ਸਨ। ਉਹਨਾਂ ਨੇ ਕਾਫੀ ਟ੍ਰੇਨਿੰਗ ਸੈਸ਼ਨਸ ਕੀਤੇ। ਦੇ ਟੂ ਗੋ, ਪਹਿਲਾਂ ਸ਼ੁਰੂ ਕੀਤਾ ਉਹਨੇ ਕੈਲੀਫੋਰਨੀਆ 'ਚ, ਕਿ ਟਰੈਵਲ ਕਰਨਾ ਪ੍ਰੋਬਲਮ ਸੀ ਜੀ। ਤੇ ਉਹਦਾ ਇਫੈਕਟ ਇਹ ਹੋਇਆ ਕਿ ਫਿਰ ਬੱਚਿਆਂ ਨੂੰ ਇੱਕ ਕਿਸਮ ਦਾ ਟ੍ਰੇਨ ਕੀਤਾ ਗਿਆ ਕਿ ਮੂਵੀ ਕਿਸ ਤਰ੍ਹਾਂ ਬਣਾਉਣੀ, ਮੂਵੀ ਕਿਸ ਤਰ੍ਹਾਂ ਐਡਿਟ ਕਰਨੀ, ਤੇ ਕਿਸ ਤਰ੍ਹਾਂ ਕੰਪੋਜ਼ ਕਰਨਾ, ਕਿਸ ਤਰ੍ਹਾਂ ਅਟੈਚਮੈਂਟਸ ਕਰਨੀਆਂ, ਕਿਸ ਤਰ੍ਹਾਂ ਬੈਕਗਰਾਊਂਡ ਦਿਖਾਣਾ। ਤੇ ਦੇ ਵਿਸ਼ ਟੂ ਮੇਕ ਲਾਈਕ ਅ ਸ਼ਾਰਟ ਫਿਲਮ। ਔਰ ਇਸ ਨੂੰ ਮੇਰੇ ਖਿਆਲ 5-6 ਸਾਲ ਹੋ ਗਏ, 3-4 ਸਾਲ ਦਾ ਗੈਪ ਸੀ ਵਿੱਚ, ਬਟ the product is so good now ਕਿ ਤੁਸੀਂ ਸਾਡੇ ਵੈਬਸਾਈਟ ਤੇ ਜਾਓ, you see some of those videos ਜੀ। ਬੱਚਿਆਂ ਨੇ ਕਮਾਲ ਕੀਤੀ ਹੈ। ਅੱਛਾ, ਤੇ ਇਹ ਬੱਚੇ ਆਪਣੇ ਸਿੱਖੀ ਦੇ ਰਿਲੇਟਡ ਕਿਸੇ ਟੌਪਿਕ, ਸਿੱਖੀ ਦੇ ਰਿਲੇਟਡ ਕਿ ਕੋਈ ਵੀ ਟੌਪਿਕ, ਸਿੱਖੀ ਦੇ ਉਹ ਵੀ ਟੌਪਿਕ ਤੁਸੀਂ ਦੱਸਦੇ ਹੋ? ਨਹੀਂ, ਇਨਫੈਕਟ ਉਹ ਆਪਣੇ ਆਪ ਹੀ ਚੂਜ਼ ਕਰ ਲੈਂਦੇ। ਸ਼ੁਰੂ ਦੇ ਚੂਜ਼ ਕਰਦੇ ਸੀ, ਹੁਣ ਟੌਪਿਕ ਦੱਸ ਦਿੰਦੇ ਕਿ ਦਿਸ ਇਜ਼ ਦ ਟੌਪਿਕ। ਉਹ ਟੌਪਿਕ ਚੜ੍ਹਦੀ ਕਲਾ ਤੇ ਇੱਕ ਟੌਪਿਕ ਹੈ ਸੀ। ਅੱਛਾ ਜੀ। ਬਿਫੋਰ ਕੋਵਿਡ ਲਾਸਟ ਜੇ ਕੀਤਾ ਸੀ ਚੜ੍ਹਦੀ ਕਲਾ ਤੇ ਸੀ। ਅੱਛਾ, ਸੇਵਾ ਦੇ ਉੱਤੇ ਸੀ, ਸੇਵਾ ਦੇ ਉੱਤੇ ਹੈ ਸੀ, ਲੰਗਰ ਦਾ ਕਨਸੈਪਟ ਸੀ ਉਸ ਉੱਤੇ ਹੈ ਸੀ। ਦਿਸ ਇਜ਼ ਦੀ ਦ ਰੋਲ ਆਫ ਅ ਸਿੱਖ ਵੂਮਨ ਐਂਡ ਹੂ ਇਜ਼ ਯੋਰ ਆਈਡਲ, ਕਿਹੜਾ ਤੁਹਾਡਾ ਆਈਡਲ ਕੌਣ ਹੈ ਤੁਹਾਡੀ ਲਾਈਫ ਵਿੱਚ। ਤੇ ਇਸ ਤਰ੍ਹਾਂ ਕਾਫੀ ਟੌਪਿਕਸ ਹੈ ਸਨ, ਉਸ ਬੇਸ ਤੇ ਦੇ ਸਬਿੰਗ ਵੀਡੀਓ। ਤੇ ਉਹ ਵੀਡੀਓਜ਼ ਬਣਾ ਕੇ ਤੁਹਾਨੂੰ ਈਮੇਲ ਕਰਦੇ ਨੇ, ਅਪਲੋਡ ਕਰਦੇ ਨੇ? ਚੈਪਮਨ ਯੂਨੀਵਰਸਿਟੀ ਕੋਲ ਜਾਂਦੇ, ਸਿੱਖ ਲਾਈਨਸ ਕੋਲ ਜਾਂਦੇ ਸੀ। ਸਿੱਖ ਲਾਈਨਸ ਵਿਦ ਦ ਚੈਪਮਨ ਯੂਨੀਵਰਸਿਟੀ ਦੇ ਨਾਲ ਦੇ ਯੂਜ਼ਡ ਟੂ ਐਡਿਟ ਇਟ, ਕੰਪਾਈਲ ਇਟ, ਕੋਆਰਡੀਨੇਟ ਇਟ। ਫਿਰ ਜਿਹੜਾ ਪਿਕ ਕਰ, ਉਹਦਾ ਕੋਈ ਕੰਪੀਟੀਸ਼ਨ ਨਹੀਂ ਸੀ ਉਸ ਵੇਲੇ। ਵੀ ਯੂਜ਼ਡ ਟੂ ਪਿਕ ਬੈਸਟ 5, 6, 7 ਜੇ ਸਨ, ਉਹ ਫਿਰ ਅਸੀਂ ਇੰਟਰਨੈਸ਼ਨਲ ਸ਼ੋਅ ਕਰਦੇ ਸੀ। ਤੇ ਬੱਚਿਆਂ ਦਾ ਸ਼ੁਰੂ ਮਤਲਬ ਪਹਿਲਾਂ ਹੁਣ ਇतना ਇੰਟਰਸਟ ਵੱਧ ਗਿਆ, ਉਲਟਾ ਫੋਨ ਆਉਂਦੇ ਨੇ ਕਿ ਦੱਸੋ ਕਿ ਪ੍ਰੋਗਰਾਮ ਪੀੜੀ ਦਾ ਪ੍ਰੋਗਰਾਮ ਹੈ ਕਿ ਨਹੀਂ ਹੈ ਇਸ ਸਾਲ। ਤੇ ਹਾਲਾਂਕਿ ਅਬੇ ਕਿ ਇਜ਼ ਨਾਟ ਔਨ ਅ ਕੰਪੀਟੀਟਿਵ ਲੈਵਲ ਯੈਟ, ਬਟ ਇਜ਼ ਔਨ ਅ ਰੈਗੂਲਰ ਲੈਵਲ। तो वी विल हैव अ पीडीपी प्रोग्राम दिस ईयर, सब्जेक्ट हैगा ਉਹਨਾਂ ਕੋਲ। ਕਿਉਂਕਿ 2 ਸਾਲ ਕੋਵਿਡ ਕਰਕੇ ਅਸੀਂ ਇੰਟਰਨੈਸ਼ਨਲ ਜਿਹੜਾ ਪ੍ਰੋਗਰਾਮ ਹੈਗਾ ਸੀ ਵਰਚੁਅਲ ਰੱਖਿਆ ਸੀ। ਉਹਨੂੰ ਅਸੀਂ ਫੇਸ ਟੂ ਫੇਸ ਨਹੀਂ ਕਰ ਸਕੇ ਤੇ ਇਸ ਕਰਕੇ ਪੀਡੀਵੀ ਥੋੜਾ ਜਿਹਾ ਪਿੱਛੇ ਰਹਿ ਗਿਆ। ਤੇ ਇਸ ਸਾਲ ਹੁਣ ਬਿਕੋਜ਼ ਵੀ ਆਰ ਹੈਵਿੰਗ ਦਿਸ ਈਅਰ
So hopefully we will have something. ਇਸ ਸਾਲ ਹੈਗਾ ਇਹ ਪ੍ਰੋਗਰਾਮ ਹੈਗਾ ਇਸ ਸਾਲ? ਵੀਡੀਓ ਹੈਗਾ ਸਾਡੇ ਤੇ ਗਿੰਨੀ ਚਾਵਲਾ ਸਾਡੇ ਕੋਆਰਡੀਨੇਟਰ ਹੈਗੇ ਇਨ ਕੈਲੀਫੋਰਨੀਆ। California. ਅੱਛਾ ਜੀ। ਉਹ ਕਾਫੀ ਕੰਮ ਕਰ ਰਹੇ ਇਸ ਤੇ ਜਿਸ ਨੇ ਵੀ ਕੰਟੈਕਟ ਕਰਨਾ ਹੈ ਸਾਨੂੰ ਕੰਟੈਕਟ ਰਣਜੀਤ ਜੀ ਕੰਟੈਕਟ ਕਰ ਲਓ। ਕੋਈ ਵੀ ਬੱਚਾ ਫਿਲਮ ਬਣਾ ਲੇ ਮੂਵੀ ਬਣਾ ਲੇ ਇਹਦੇ ਜਿਹੜੇ ਸਬਜੈਕਟਸ ਹੈਗੇ ਇਸ ਸਾਲ ਦੇ ਔਰ ਅਗਲੇ 4 ਸਾਲ ਦੇ ਉਹ ਸਾਡੇ ਵੈਬਸਾਈਟ ਤੇ ਹੈਗੇ। Website. ਅਸੀਂ ਆਈ ਥਿੰਕ ਬਹੁਤ ਸਾਰੇ ਵਿਊਅਰਸ ਔਰ ਬਹੁਤ ਸਾਰੇ ਬੱਚੇ ਸਾਡੇ ਉਹ ਇਨ ਚੀਜ਼ ਵਿੱਚ ਬਹੁਤ ਇੰਟਰਸਟਿਡ ਹੋਣਗੇ ਔਰ ਇਹ ਜਿਹੜੀ ਪਾਰਟਿਕੂਲਰ ਚੀਜ਼ ਹੈ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਸਾਰੇ ਬੱਚੇ ਜਿਹੜੇ ਨੇ ਉਹ ਵੀਡੀਓਜ਼ ਬਣਾਉਂਦੇ ਨੇ ਸ਼ਾਰਟ ਵੀਡੀਓਜ਼ ਟਿਕਟੌਕ ਤੇ YouTube ਤੇ ਔਰ ਉਹ ਇਸ ਚੀਜ਼ ਵਿੱਚ ਪਾਰਟਿਸਿਪੇਟ ਕਰਨਾ ਜ਼ਰੂਰ ਪਸੰਦ ਕਰਾਂਗੇ। ਅਸੀਂ ਬ੍ਰੇਕ ਦੇ ਉਸ ਪਾਰ ਇਸ ਦੇ ਉੱਪਰ ਹੋਰ ਥੋੜੀ ਰੋਸ਼ਨੀ ਪਾਵਾਂਗੇ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਪੌਲ ਜੀ ਇਹ ਇੰਨਾ ਵੱਡਾ ਐਫਰਟ ਇਹ ਇੰਨੀ ਵੱਡੀ ਕੋਆਰਡੀਨੇਸ਼ਨ ਇੰਨੇ ਸਟੇਟਸ ਵਿੱਚ ਇੰਨੀ ਕੰਟਰੀਜ਼ ਵਿੱਚ ਇੰਨੇ ਬੱਚੇ ਇਨਵੋਲਵਡ ਹਨ ਇਹ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਰਿਸੋਰਸਿਸ ਵੀ ਚਾਹੀਦੇ ਨੇ। ਕੀ ਸੋਰਸ ਹੈਗੇ ਇਸ ਦੇ ਵਾਸਤੇ? ਦੇਖੋ ਸਾਡੇ ਜਿਹੜੇ ਫਾਊਂਡਰ ਹੈ ਸਰਦਾਰ ਸ਼ਮਸ਼ੇਰ ਸਿੰਘ ਜੀ ਉਹਨਾਂ ਦਾ ਹਮੇਸ਼ਾ ਇੱਕ ਵਿਜ਼ਨ ਰਿਹਾ ਕਿ ਅਗਰ ਅਸੀਂ ਫੰਡ ਇਕੱਠੇ ਕਰਨ ਦੇ ਪਿੱਛੇ ਪੈ ਜਾਵਾਂਗੇ ਜੀ ਤੇ ਇਹ ਪ੍ਰੋਗਰਾਮ ਸਕਸੈਸਫੁਲ ਨਹੀਂ ਹੋਏਗਾ। ਤੇ ਇਨੀਸ਼ੀਅਲੀ ਉਹਨਾਂ ਨੇ ਸੋਚਿਆ ਸੀ ਕਿ ਜਿਹੜੇ ਬੋਰਡ ਮੈਂਬਰ ਹੈਗੇ ਉਹ ਬੋਰਡ ਮੈਂਬਰ ਹੀ ਜਿੰਨਾ ਡੋਨੇਸ਼ਨ ਦੇ ਸਕਣ ਡੋਨੇਸ਼ਨ ਦੇਵਣ ਆਪਣੀ ਈਅਰਲੀ ਫੀ ਜੋ ਕੰਟਰੀਬਿਊਸ਼ਨ ਹੁੰਦੀ ਹੈ ਜੀ ਤੇ ਉਹਨਾਂ ਨੇ ਉਹ ਆਰਗੇਨਾਈਜ਼ੇਸ਼ਨ ਦਾ ਖਰਚਾ ਹੀ ਉਦਾਂ ਰੱਖਿਆ ਸੀ ਜਿੰਨੀ ਕਲੈਕਸ਼ਨ ਹੈ ਸੀ ਅੱਛਾ ਜੀ ਇਨੀਸ਼ੀਅਲੀ। ਫਿਰ ਕਰਦੇ ਕਰਦੇ ਆਫ ਕੋਰਸ ਐਕਸਪੈਂਸ ਵੱਧਦੇ ਗਏ ਜੀ ਤੇ ਸ਼ੁਰੂ ਚ ਅਸੀਂ ਸਭ ਨੂੰ ਬੱਚੇ ਜਿਹੜੇ ਬੱਚੇ ਜਿੱਤਦੇ ਸਨ ਸਭ ਨੂੰ ਪਿਓਰ 골ਡ ਮੈਡਲ ਦਿੰਦੇ ਸਨ। ਅੱਛਾ ਜੀ। ਤੇ ਹੁਣ ਵੀ ਅਸੀਂ ਵੀ ਆਰ ਗਿਵਿੰਗ ਸਿਲਵਰ ਪਿਓਰ ਸਿਲਵਰ ਵਿਦ ਦ 골ਡ ਪਲੇਟਡ ਨਾਓ ਕਾਸਟ ਕਾਫੀ ਵੱਧ ਗਈ ਹੁਣ ਜੀ, ਜੀ। ਪਰ ਸ਼ੁਰੂ ਪਿਓਰ 골ਡ ਮੈਡਲ ਘੱਟੋ ਘੱਟ 20 ਸਾਲ ਦਿੱਤੇ ਰਹੇ ਸਭ ਨੂੰ ਪਿਓਰ 골ਡ ਮੈਡਲ। ਅੱਛਾ ਜੀ। ਤੇ ਉਸ ਵੇਲੇ ਸਾਡਾ ਕੋਈ ਫਾਊਂਡੇਸ਼ਨ ਦਾ ਖਰਚਾ ਹੁੰਦਾ ਸੀ ਕੋਈ 20-25 ਹਜ਼ਾਰ ਸਾਲ ਦਾ ਹੋ ਜਾਂਦਾ ਖਰਚਾ ਟੋਟਲ। ਠੀਕ ਹੈ ਜੀ। ਤੇ ਉਹ ਖਰਚੇ ਵਿੱਚੋਂ ਜੇ ਸਾਡੇ 18 ਮੈਂਬਰ ਸਨ ਬੋਰਡ ਮੈਂਬਰ ਤੇ ਸਾਰੇ 18 ਬੱਚੇ 18 ਮੈਂਬਰਸ ਬੋਰਡ ਮੈਂਬਰਸ ਡਿਵਾਈਡ ਕਰਕੇ ਕੰਟਰੀਬਿਊਟ ਕਰਕੇ ਅਸੀਂ ਖਰਚਾ ਪੂਰਾ ਕਰ ਦਿੰਦੇ ਸੀ ਜੀ। ਤੇ ਅੱਜ ਤੱਕ ਫਾਊਂਡੇਸ਼ਨ ਨੇ ਕਦੀ ਡੋਨੇਸ਼ਨ ਵਾਸਤੇ ਮੰਗਿਆ ਨਹੀਂ ਕਿਸੇ ਪੈਸਾ। ਅੱਛਾ ਜੀ। ਜਿਹੜੇ ਲੋਕਾਂ ਵੋਲੰਟੀਅਰ ਆ ਗਿਆ ਫਿਰ ਜਿਸ ਵੇਲੇ ਇੰਟਰਨੈਸ਼ਨਲ ਪ੍ਰੋਗਰਾਮ ਹੁੰਦੇ ਨੇ ਤੇ ਇਸ ਕਰਕੇ ਜਿਹੜੇ ਸਾਡੇ ਸੈਂਟਰ ਕਨਵੀਨਰ ਹੈਗੇ ਸਾਡੇ ਜ਼ੋਨਲ ਕਨਵੀਨਰ ਹੈਗੇ ਇਹਨਾਂ ਦਾ ਬਹੁਤ ਹਿੱਸਾ ਹੈਗਾ ਵਿੱਚ ਜੀ। ਇਹ ਜਿੰਨੇ ਵੀ ਸੈਂਟਰ ਲੈਵਲ ਤੇ ਪ੍ਰੋਗਰਾਮ ਕਰਦੇ ਨੇ ਉੱਥੇ ਬੱਚਿਆਂ ਨੂੰ ਜੇ ਪੰਜਾਬੀ ਬੋਲਦਾ ਹੈ ਉਹਨਾਂ ਨੂੰ ਸਪੈਸ਼ਲ ਅਵਾਰਡ ਮਿਲਦਾ ਹੈ ਜੇ ਪ੍ਰਾਈਜ਼ਸ ਦੇਣੇ ਆ ਕੋਆਰਡੀਨੇਟ ਕਰਨਾ ਪ੍ਰਿੰਟਿੰਗ ਇਹ ਸਾਰਾ ਖਰਚਾ ਸੈਂਟਰ ਕਨਵੀਨਰ ਔਰ ਜ਼ੋਨਲ ਕਨਵੀਨਰ ਆਪ ਕਰਦੇ ਨੇ। ਅੱਛਾ ਆਪਣੇ ਲੈਵਲ ਤੇ? ਉਹ ਆਪਣੇ ਲੈਵਲ ਤੇ ਕਰਦੇ ਨੇ। ਅੱਛਾ ਜੀ। ਇਹ ਸਿਸਟਮ ਬਣਿਆ ਹੋਇਆ ਇਸ ਤਰ੍ਹਾਂ ਕਿ ਉਹ ਆਪਣੇ ਲੈਵਲ ਤੇ ਖਰਚਾ ਕਰਦੇ ਨੇ ਉਹ ਭਾਵੇਂ ਗੁਰਦੁਆਰੇ ਹੈਲਪ ਕਰਨ ਡੋਨੇਸ਼ਨ ਇਕੱਠੀ ਕਰਨ ਜੋ ਕਰਨ ਜਾਂ ਭਾਵੇਂ ਆਪ ਖਰਚਾ ਕਰਨ ਜੀ। ਇਹ ਸਾਰਾ ਖਰਚਾ ਉਹ ਆਪ ਕਰਦੇ ਇਸ ਕਰਕੇ ਇਹ ਪ੍ਰੋਗਰਾਮ ਸੈਂਟਰ ਕਨਵੀਨਰ ਔਰ ਜ਼ੋਨਲ ਕਨਵੀਨਰ ਬਗੈਰ ਸਕਸੈਸਫੁਲ ਨਹੀਂ ਹੋ ਸਕਦਾ ਸੀ। ਜੀ ਜੀ ਜੀ। ਤੇ ਉਹਨਾਂ ਦਾ ਕੰਟਰੀਬਿਊਸ਼ਨ ਬਹੁਤ ਹੈਗਾ ਵਿੱਚ ਪਰ ਐਜ਼ ਅ ਫਾਊਂਡੇਸ਼ਨ ਅਸੀਂ ਜਿੱਦਾਂ ਬੋਰਡ ਮੈਂਬਰ ਆ ਗਏ ਹੁਣ ਵੀ ਜਿੰਨਾ ਸਾਰਾ ਖਰਚਾ ਹੁੰਦਾ ਹੈ ਸਾਲ ਦਾ ਜਿੱਦਾਂ ਬੋਰਡ ਮੈਂਬਰ ਆ ਗਿਆ ਸਾਰੇ ਬੋਰਡ ਮੈਂਬਰ ਕੰਟਰੀਬਿਊਟ ਕਰਨੇ ਆ। ਬਟ ਤੁਸੀਂ ਡੋਨੇਸ਼ਨਸ ਐਕਸੈਪਟ ਕਰਦੇ ਹੋ? ਅਗਰ ਡੋਨੇਸ਼ਨ ਆਉਂਦੇ 100% ਐਕਸੈਪਟ ਕਰਨੇ ਆ ਨੋ ਪ੍ਰੋਬਲਮ। ਅਸੀਂ ਆਪਣੇ ਵਿਊਅਰਸ ਨੂੰ ਇਹ ਗੱਲ ਐਮਫਸਾਈਜ਼ ਕਰਨਾ ਚਾਹਾਂਗੇ ਅਸੀਂ ਦੇਖਿਆ ਕਿ ਕਿੰਨਾ ਵੱਡਾ ਇੱਕ ਉਪਰਾਲਾ ਹੈਗਾ ਇਹ ਫਾਊਂਡੇਸ਼ਨ ਕੁਝ ਲੋਕ ਮਿਲ ਕੇ ਚਲਾਉਂਦੇ ਪਏ ਇੰਟਰਨੈਸ਼ਨਲ ਲੈਵਲ ਹੈ ਔਰ ਇੱਕ ਬਹੁਤ ਹੀ ਜਿਸਨੂੰ ਔਸਮ ਵਰਡ ਯੂਜ਼ ਕਰੀਏ ਪਲੇਟਫਾਰਮ ਸਾਡੇ ਬੱਚਿਆਂ ਲਈ ਵੈਸਟ ਵਿੱਚ ਆਲ ਓਵਰ ਦ ਵਰਲਡ ਇਹ ਪ੍ਰੈਜ਼ੈਂਟ ਕਰਦੇ ਨੇ। ਸਾਨੂੰ ਵੱਧ ਚੜ ਕੇ ਇਹਨਾਂ ਦੀ ਤਾਕਤ ਬਣਨੀ ਚਾਹੀਦੀ ਇਹਨਾਂ ਨੂੰ ਹੋਰ ਤਾਕਤ ਦੇਣੀ ਚਾਹੀਦੀ ਹੈ। ਇਸ ਵਾਸਤੇ ਆਈ ਥਿੰਕ ਜਿੰਨਾ ਅਸੀਂ ਕੰਟਰੀਬਿਊਟ ਕਰੀਏ ਉਹ ਘੱਟ ਹੈ। ਕਰਮਜੀਤ ਜੀ ਮੈਂ ਇੱਕ ਵਾਰੀ ਫਿਰ ਅਸੀਂ ਪ੍ਰੋਗਰਾਮ ਦੇ ਐਂਡ ਦੀ ਤਰਫ ਆ ਰਹੇ ਹਾਂ ਆਪਣੇ ਵਿਊਅਰਸ ਦੇ ਬੈਨੀਫਿਟ ਲਈ ਸਾਡੀ ਸੰਗਤਾਂ ਦੀ ਬੈਨੀਫਿਟ ਲਈ ਆਮ ਸ਼ੋਰ ਬਹੁਤ ਸਾਰੇ ਪੇਰੈਂਟਸ ਐਸੇ ਹੋਣਗੇ ਜੋ ਇਸ ਦੇ ਨਾਲ ਜੋ ਚਾਹਾਂਗੇ ਕਿ ਸਾਡੇ ਬੱਚੇ ਇਸ ਦੇ ਵਿੱਚ ਇਨਵੋਲਵ ਹੋਣ। ਜੁਲਾਈ 27 to 30 ਇਹ ਕੰਪੀਟੀਸ਼ਨਸ ਹੈਗੇ ਨਿਊਯਾਰਕ ਵਿੱਚ। ਇਸ ਸਾਲ ਨਿਊਯਾਰਕ ਵਿੱਚ ਇੰਟਰਨੈਸ਼ਨਲ ਹੋ ਰਿਹਾ ਹੈ। 3 ਡਿਫਰੈਂਟ ਲੈਵਲ ਤੇ ਕੰਪੀਟੀਸ਼ਨ ਹੁੰਦਾ ਹੈ। ਇੱਕ ਸਿੰਪੋਜ਼ੀਅਮ ਕੰਪੀਟੀਸ਼ਨ ਹੈਗਾ ਇੱਕ ਕੀਰਤਨ ਕੰਪੀਟੀਸ਼ਨ ਹੈਗਾ ਔਰ ਇੱਕ ਹੈਗਾ ਡਿਜੀਟਲ ਜਿਹੜਾ ਜਿਹਦੇ ਤੁਸੀਂ ਆਪਣੀ ਸ਼ਾਰਟ ਮੂਵੀਜ਼ ਜਿਹੜੀਆਂ ਉਹ ਬਣਾ ਕੇ ਭੇਜ ਸਕਦੇ ਹੋ। ਇਸ ਦੇ ਅਗਰ ਕੋਈ ਪਾਰਟਿਸਿਪੇਟ ਕਰਨਾ ਚਾਹਣ ਤੇ ਹਾਲੇ ਵੀ ਐਂਟਰੀਜ਼ ਓਪਨ ਹੈਗੀਆਂ ਆ ਸਕਦੇ ਨੇ ਹਾਲੇ ਵੀ? हाँ जी हाँ बिल्कुल कीर्तन वास्ते भी आ सकते ने ते ਸਿੰਪੋਜ਼ੀਅਮ ਵਾਸਤੇ ਵੀ ਆ ਸਕਦੇ ਨੇ ਡਿਜੀਟਲ ਵੌਇਸ ਮੂਵੀ ਵਾਸਤੇ ਵੀ ਆ ਸਕਦੇ ਨੇ। ਸਾਡੀ ਵੈਬਸਾਈਟ ਤੇ ਫੋਨ ਨੰਬਰ ਹੈਗੇ ਨੇ ਜੀ ਕੰਟੈਕਟ ਅਸ ਟੈਬ ਤੇ ਜਾ ਕੇ ਕਿਸੇ ਨਾਲ ਵੀ ਗੱਲ ਕਰ ਸਕਦੇ ਹੋ ਕਿਸੇ ਬੰਦੇ ਨਾਲ ਵੀ ਆਈ ਥਿੰਕ ਦੇ ਵਿਲ ਗਿਵ ਯੂ ਦ ਫੁੱਲ ਇਨਫੋਰਮੇਸ਼ਨ ਤੇ ਕਿਸੇ ਰੀਜਨ ਵਿੱਚ ਹੋਗੇ ਸੋ ਵੀ ਕੈਨ ਗਾਈਡ ਯੂ ਵੀ ਤੁਸੀਂ ਕਿਸੇ ਏਰੀਆ ਵਿੱਚ ਹੈਗੇ ਹੋ ਕਿਹਦੇ ਨਾਲ ਗੱਲ ਕਰਨੀ ਹੈ। ਅਸੀਂ ਰਿਕੁਐਸਟ ਕਰਾਂਗੇ ਕਿ ਸਾਨੂੰ ਪੈਸੇ ਦੇ ਨਾਲੋਂ ਜੇ ਕੋਈ ਟਾਈਮ ਦੇ ਸਕੇ ਆਪਣਾ ਉਹ ਮਤਲਬ ਦੈਟ ਇਜ਼ ਅ ਬਿਗਰ ਹੈਲਪ ਫॉर द कम्युनिटी
ਸਾਡਾ 43 ਇਅਰਸ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ, ਐਵਰੀਬਾਡੀ ਇਜ਼ ਅ ਵਾਲੰਟੀਅਰ। ਜਿਹੜੇ ਸਾਹਮਣੇ ਬੈਠੇ ਅਸੀਂ ਇੱਥੇ ਬੈਠੇ ਆ, ਹੋਰ ਸਾਡੇ ਜਿੰਨਾ ਹੀ ਵੱਡਾ, ਜਿਸ ਤਰ੍ਹਾਂ ਹਰਜੋਤ ਜੀ ਦੱਸ ਰਹੇ ਨੇ, ਇਟਸ ਅ ਵੈਰੀ ਬਿਗ ਪ੍ਰੋਗਰਾਮ ਐਂਡ ਇਟਸ ਅ ਬਿਗ ਐਫਰਟ। ਐਵਰੀਬਾਡੀ ਇਜ਼ ਅ ਵਾਲੰਟੀਅਰ। ਕੋਈ ਪ੍ਰੋਗਰਾਮ ਕਿਸੇ ਗੁਰਦੁਆਰੇ ਵਿੱਚ ਜਾਂ ਕਿਸੇ ਏਰੀਏ ਜੇ ਸ਼ੁਰੂ ਕਰਨਾ ਚਾਹੋ, ਉਹਦੇ ਵਾਸਤੇ ਸਾਨੂੰ ਰਿਸੋਰਸ ਚਾਹੀਦਾ ਹੈ, ਇਹ ਪਰਸਨ ਜਿਹੜਾ ਕਿ ਰਿਸਪੌਂਸਿਬਿਲਿਟੀ ਲੈ ਸਕੇ ਕਿ ਬਈ ਮੈਂ ਇਸ ਏਰੀਆ ਦਾ ਸੈਂਟਰ ਕੋਆਰਡੀਨੇਟਰ ਦੀ ਸੇਵਾ ਕਰਨਾ ਚਾਹੁੰਦਾ, ਤਾਂ ਕਿ ਸਾਡੇ ਏਰੀਆ ਦੇ ਬੱਚੇ ਵੀ ਜੁੜ ਸਕਣ, ਇਹਦਾ ਫਾਇਦਾ ਉਠਾ ਸਕਣ ਇਹਦੇ ਨਾਲ। ਜਾਂ ਜ਼ੋਨ ਖੋਲ੍ਹਣਾ ਚਾਹੋ, ਪਲੀਜ਼ ਕੰਟੈਕਟ ਅਸ, ਵੀ ਕੈਨ ਗਾਈਡ ਯੂ। ਜਿਸ ਤਰ੍ਹਾਂ ਪਾਲ ਜੀ ਨੇ ਸਾਨੂੰ ਦੱਸਿਆ ਹੈ ਕਿ ਜੇ ਚਾਹੋਗੇ ਅਸੀਂ ਤੁਹਾਡੇ ਕੋਲ ਆਉਣ ਨੂੰ ਵੀ ਤਿਆਰ ਹਾਂ, ਤਾਂ ਕਿ ਤੁਹਾਨੂੰ ਅਸੀਂ ਗਾਈਡ ਕਰ ਸਕੀਏ। ਬਾਕੀ ਮਟੀਰੀਅਲਸ ਐਵਰੀਥਿੰਗ ਇਜ਼ ਅਵੇਲੇਬਲ ਔਨ ਆਵਰ ਵੈਬਸਾਈਟ, ਉਹ ਤੁਸੀਂ ਸਟੱਡੀ ਕਰ ਸਕਦੇ ਹੋ ਔਰ ਉਸ ਤੋਂ ਫਾਇਦਾ ਉਠਾ ਸਕਦੇ ਹੋ। ਅਗਰ ਛੋਟੇ ਬੱਚੇ ਅਗਰ ਆ ਸਕਦੇ ਨੇ, ਸਾਡੇ ਨਾਲ ਮਿਲ ਸਕਦੇ ਹੈਗੇ ਨੇ, ਤੇ ਉਹਨਾਂ ਦੀ ਜਿਹੜੀ ਨੌਲੇਜ ਜਿਹੜੀ ਹੈਗੀ ਆ ਅਸੀਂ ਉਹਨਾਂ ਕੋਲੋਂ ਲੈ ਸਕਦੇ ਹੈਗੇ ਆ। ਤੇ ਆਈ ਥਿੰਕ ਦੈਟ ਵਿਲ ਬੀ ਅ ਗ੍ਰੇਟ ਥਿੰਗ ਕਿ ਅਗਰ ਛੋਟੇ ਬੱਚੇ ਸਾਡੇ ਨਾਲ ਜੁਆਇਨ ਕਰਨ ਤੇ ਸਾਨੂੰ ਰਾਹ ਦਿਖਾਣ। ਮੈਂ ਅਗੇਨ ਸਾਰੇ ਵਿਊਅਰਸ ਅੱਗੇ ਇਹ ਅਪੀਲ ਕਰਦਾ, ਇੱਕ ਤੇ ਇਹ ਜਿਹੜੀ ਵੈਬਸਾਈਟ ਹੈ ਇੱਥੇ ਡਿਸਪਲੇ ਹੋ ਰਹੀ ਹੈ www.hemkunt2.org। ਤੁਸੀਂ ਇਸ ਤੇ ਜਾ ਕੇ ਇਸ ਤੇ ਸਾਰੇ ਜਿਹੜੇ ਕੋਆਰਡੀਨੇਟਰਸ ਹੈਗੇ, ਉਹਨਾਂ ਦੇ ਨਾਮ, ਉਹਨਾਂ ਦੇ ਕੰਟੈਕਟ ਹੈਗੇ। ਤੁਸੀਂ ਕਿਸੇ ਵੀ ਜਗ੍ਹਾ ਤੇ ਇਹ ਸੈਂਟਰ ਸ਼ੁਰੂ ਕਰ ਸਕਦੇ ਹੋ। ਸਾਡੀ ਕਮਿਊਨਿਟੀ ਬਹੁਤ ਫੈਲ ਗਈ ਹੈ, ਕਈ ਐਸੀ ਛੋਟੀ ਟਾਊਨਸ ਹੈਗੇ ਜਿੱਥੇ ਇਹ ਸੈਂਟਰ ਬਣ ਸਕਦੇ ਨੇ, 30 ਬੱਚੇ ਉਹਨਾਂ 'ਚ ਆ ਸਕਦੇ ਨੇ। ਤੇ ਔਰ ਇਹ ਸਾਰਾ ਜਿਹੜਾ ਐਫਰਟ ਹੈ ਇਹ ਵੋਲੰਟੀਅਰਸ ਦਾ ਹੈਗਾ, ਇਹ ਵੋਲੰਟੀਅਰਸ ਕੋਆਰਡੀਨੇਟ ਕਰਦੇ ਨੇ। ਤੁਸੀਂ ਪਲੀਜ਼ ਰੀਚ ਆਊਟ ਕਰੋ ਔਰ ਆਪਣੇ ਲੈਵਲ ਤੇ ਤੁਹਾਨੂੰ ਸਾਰੇ ਰਿਸੋਰਸਿਸ ਪ੍ਰੋਵਾਈਡ ਕੀਤੇ ਜਾਣਗੇ। ਇਹ ਆਰਗੇਨਾਈਜੇਸ਼ਨ ਜਿਹੜੀ ਹੈਲਪ ਚਾਹੀਦੀ ਹੈ, ਇਹ ਕਹਿੰਦੇ ਪਰ ਉਹ ਕਹਿ ਰਹੇ ਨਾ ਸਿਰਫ ਅਸੀਂ ਤੁਹਾਨੂੰ ਉਹ ਹੈਲਪ ਪ੍ਰੋਵਾਈਡ ਕਰਾਂਗੇ, ਤੁਹਾਡੇ ਤੋਂ ਸਿੱਖਾਂਗੇ ਕਿ ਕੀ ਚੀਜ਼ ਤੁਹਾਨੂੰ ਚਾਹੀਦੀ ਹੈ ਬੱਚਿਆਂ ਨੂੰ, ਪੇਰੈਂਟਸ ਨੂੰ। ਅਸੀਂ ਸਾਰੇ ਇਸ ਕਮਿਊਨਿਟੀ 'ਚ, ਇਸ ਮੁਲਕ 'ਚ ਹਾਲੇ ਨਵੇਂ ਆ, ਅਸੀਂ ਸਿੱਖ ਰਹੇ ਹਾਂ, ਅਸੀਂ ਹਾਲੇ ਵੀ ਆਪਣੇ ਪੈਰ ਜਮਾ ਰਹੇ ਹਾਂ ਔਰ ਇੱਕ ਦੂਸਰੇ ਤੋਂ ਸਿੱਖਣ ਦੀ ਸਾਨੂੰ ਬਹੁਤ ਲੋੜ ਹੈ। ਅਗੇਨ ਪੌਲ ਜੀ, ਤੁਸੀਂ ਕਿਹਾ ਕਿ ਜਿਹੜੇ ਇਹ ਡਿਜੀਟਲ ਮੂਵੀਜ਼ ਹੈਗੀਆਂ, ਇਸ ਦੀ ਹਾਲੇ ਵੀ ਉਹ ਆਪਣੀ ਐਂਟਰੀਜ਼ ਭੇਜ ਸਕਦੇ ਨੇ। ਤੁਸੀਂ ਇੱਕ ਵਾਰ ਪਲੀਜ਼ ਦੁਬਾਰਾ ਦੱਸੋਗੇ ਸਾਡੇ ਵਿਊਅਰਸ ਨੂੰ ਕਿਵੇਂ ਭੇਜ ਸਕਦੇ ਨੇ ਉਹ? ਡੂ ਦੇ ਰੀਚ ਆਊਟ ਟੂ ਦਾ ਯੂਨੀਵਰਸਿਟੀ, ਡੂ ਦੇ ਰੀਚ ਆਊਟ ਟੂ ਯੂ, ਕਿਸ ਨੂੰ ਰੀਚ ਆਊਟ ਕਰਨ ਨੂੰ? ਨਹੀਂ, ਰੀਚ ਆਊਟ ਤਾਂ ਸਾਨੂੰ ਕਰੋ, ਗੋ ਔਨ ਦਾ ਵੈਬਸਾਈਟ, ਰੀਚ ਆਊਟ ਟੂ ਅਸ। ਅਸੀਂ ਤੁਹਾਨੂੰ ਕਹਿ ਦਾਂਗੇ ਕਿ ਇਸ ਸਾਲ ਦਾ ਸਬਜੈਕਟ ਟੌਪਿਕ ਕਿਹੜਾ ਹੈਗਾ, ਤੇ ਤੁਹਾਨੂੰ ਅਗਰ ਉਸ ਦੀ ਕੋਈ ਤੁਹਾਨੂੰ ਬਰੀਫ ਟ੍ਰੇਨਿੰਗ ਚਾਹੀਦੀ ਹੈ ਤੇ ਆਨਲਾਈਨ ਟ੍ਰੇਨਿੰਗ ਚਾਹੀਦੀ ਹੈ, ਅਸੀਂ ਤੁਹਾਨੂੰ ਕਨੈਕਟ ਕਰਾ ਸਕਦੇ ਹਾਂ ਵਿਦ ਚੈਪਮਨ ਯੂਨੀਵਰਸਿਟੀ ਐਂਡ ਵਿਦ ਵਿੱਕੀ ਸਿੰਘ ਐਂਡ ਸਾਡੇ ਜਿਹੜੇ ਉੱਥੇ ਕੋਆਰਡੀਨੇਟਰ ਹੈਗੇ ਗਿਨੀ ਡਾਕਟਰ ਗਿਨੀ ਕੌਰ, ਬਹੁਤ ਜ਼ਿਆਦਾ ਹੈਲਪਫੁਲ ਹੈਗੇ ਉਹ। ਉਹਨਾਂ ਤੁਸੀਂ ਇੱਕ ਵਾਰੀ ਕੰਟੈਕਟ ਕਰੋ, ਤੁਹਾਨੂੰ ਉਹ ਫਿਲਮ ਮੇਕਿੰਗ ਐਕਸਪਰਟ ਬਣਾ ਦੇਗੀ ਉਹ। ਤੇ ਤੁਸੀਂ ਆਓ, ਬੱਚੇ ਇਸ ਸਾਲ ਦਾ ਜਿਹੜਾ ਸਬਜੈਕਟ ਹੈਗਾ ਉਸ ਸਬਜੈਕਟ ਤੇ ਮੂਵੀਜ਼ ਬਣਾਓ ਔਰ ਭੇਜੋ, ਐਂਡ ਦੈਨ ਵੀਲ ਸ਼ੋ ਇਟ। ਐਂਡ ਆਈ ਐਮ ਸ਼ੋਰ ਇਹ ਪ੍ਰੋਗਰਾਮ ਵੇਖ ਕੇ ਬਹੁਤ ਸਾਰੇ ਸਾਡੇ ਜਿਹੜੇ ਕਮਿਊਨਿਟੀ ਦੇ ਮੈਂਬਰਸ ਹਨ ਔਰ ਬੱਚੇ ਨੇ ਉਹ ਸਾਹਮਣੇ ਆਣਗੇ, ਬਣਾਉਣਾ ਚਾਹਾਂਗੇ। ਪੌਲ ਜੀ, ਕਰਮਜੀਤ ਜੀ, ਰਵਿੰਦਰ ਜੀ, ਤੁਸੀਂ ਪਿਛਲੇ 43 ਸਾਲਾਂ ਤੋਂ ਇਹ ਪ੍ਰੋਗਰਾਮ ਚਲਾ ਰਹੇ ਹੋ। ਆਈ ਐਮ ਸ਼ੋਰ ਕਿ ਇਸ ਦੀ ਜਿਹੜੀ ਸਕਸੈਸ ਹੈਗੀ ਹੈ ਉਹ ਤੁਸੀਂ ਬੱਚਿਆਂ ਵਿੱਚ ਵੇਖਦੇ ਹੋ, ਜਿਹੜੇ ਇਸ ਵਿਰਸੇ ਦੇ ਨਾਲ, ਆਪਣੇ ਟ੍ਰੈਡੀਸ਼ਨਸ ਦੇ ਨਾਲ, ਆਪਣੇ ਇਤਿਹਾਸ ਨਾਲ ਜੁੜੇ ਹੋਏ ਨੇ। ਕੋਈ ਐਸੇ ਕੋਈ ਮੈਮੋਰੇਬਲ ਕੋਈ ਐਸੀ ਚੀਜ਼ ਜੋ ਸਾਡੇ ਨਾਲ ਸ਼ੇਅਰ ਕਰਨਾ ਚਾਹੋ? ਦੇਖੋ, ਅੱਜ ਜਿੰਨੇ ਲੀਡਰ ਹੈਗੇ, ਜੈਸੇ ਲਾਸਟ ਸਿੰਪੋਜ਼ੀਅਮ ਕੀਤਾ ਸੀ ਇੱਥੇ ਨਿਊ ਜਰਸੀ ਕੀਤਾ ਸੀ, ਰਾਈਟ? ਉੱਥੇ ਡਾਕਟਰ ਕਲਸੀ ਤੇ ਹੋਰ ਜੋ ਆਈ ਅੰਡਰਸਟੈਂਡ ਨਵਦੀਪ ਸਿੰਘ ਵਗੈਰਾ, ਇਹ ਸਾਰੇ ਸਾਡੇ ਸਟੂਡੈਂਟ ਹਨ। ਅੱਛਾ ਜੀ, ਅੱਛਾ ਜੀ। ਉੱਥੇ ਜਿਹੜਾ ਤੁਹਾਡਾ ਅਟਾਰਨੀ ਜਨਰਲ ਸੀ ਨਿਊ ਜਰਸੀ ਦਾ, ਗਰੇਵਾਲ ਸਾਹਿਬ, ਹਾਂਜੀ, ਤੇ ਉਹ ਵੀ ਕਹਿੰਦੇ ਸਰ ਕਿ ਅਸੀਂ, ਮੈਂ ਵੀ ਹੈਮਕੁੰਟ ਫਾਊਂਡੇਸ਼ਨ ਦਾ ਸਪੀਚ ਕੰਪੀਟੀਸ਼ਨ ਜਿੱਤ ਕੇ, ਕਹਿੰਦੇ ਮੈਂ ਜਿੱਤਿਆ ਵੀ ਨਹੀਂ ਸੀ ਉਸ ਵੇਲੇ, ਕਹਿੰਦੇ ਮੈਂ ਜਿੱਤਿਆ ਵੀ ਨਹੀਂ ਸੀ, ਤੇ ਪਰ ਇਸ ਤਰ੍ਹਾਂ ਦੇ ਕਈ ਸਕਸੈਸਫੁਲ ਲੋਕ ਹੈਗੇ ਜੀ। ਤੇ ਸਾਡਾ ਹੁਣ 50th ਈਅਰ ਹੋਣਾ ਹੈ, ਤੇ ਉਸ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਸਾਡੇ ਬੱਚੇ ਸ਼ੁਰੂ ਤੋਂ ਸਾਡੇ ਨਾਲ 4 ਡੈਕੇਡਸ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਅਸੀਂ ਹੂਜ਼ ਹੂ ਕਰਕੇ ਇੱਕ ਟੇਬਲ ਕਾਫੀ ਟਾਈਪ ਬੁੱਕ ਬਣਾਈਏ, ਤਾਂ ਕਿ ਦੱਸੀਏ ਬੱਚਿਆਂ ਨੂੰ ਕਿ ਉਹ ਕਿੱਥੇ ਸ਼ੁਰੂ ਹੋਏ, ਵੇਅਰ ਦੇ ਵਰ, ਫਾਊਂਡੇਸ਼ਨ ਨੇ ਕਿਸ ਤਰ੍ਹਾਂ ਦੀ ਹੈਲਪ ਕੀਤੀ ਹੈ ਔਰ ਅੱਜ ਕਿਸ ਮੁਕਾਮ ਤੇ ਪਹੁੰਚੇ ਨਾ। ਜੀ ਜੀ ਜੀ, ਸਕਸੈਸ ਸਟੋਰੀ। ਤੇ ਵੀ ਲਾਈਕ ਟੂ ਕਲੈਕਟ ਐਟ ਲੀਸਟ ਐਸ ਮੈਨੀ ਸਕਸੈਸ ਸਟੋਰੀਜ਼ ਵੀ ਕੈਨ ਕਲੈਕਟ, ਤੇ ਇੱਕ ਕਾਫੀ ਟੇਬਲ ਬੁੱਕ ਪ੍ਰੈਜ਼ੈਂਟ ਕਰੀਏ ਫॉर आवर 50th ਐਨੀਵਰਸਰੀ। ਐਬਸੋਲੂਟਲੀ, ਦੈਟ ਵੁੱਡ ਬੀ ਵੰਡਰਫੁਲ। ਰਵਿੰਦਰ ਜੀ, ਕੁਝ ਕਹਿਣਾ ਚਾਹੋਗੇ ਤੁਸੀਂ ਬੱਚਿਆਂ ਲਈ?
ਆਪਣੀ ਅਗਰ ਉਹ ਸੇਵਾ ਸਾਨੂੰ ਦੇ ਸਕਦੇ ਨੇ ਇੱਥੇ that will be too much for that will be good for us you know. ਜੀ 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 Yeah. ਇਹ ਆਰਗੇਨਾਈਜੇਸ਼ਨ ਹੈ ਜੋ ਕਹਿੰਦੀ ਹੈ ਕਿ ਅੱਗੇ ਆ ਕੇ ਨਾਲ ਜੁੜੋ ਨਾ ਡੋਨੇਸ਼ਨਸ ਤੋਂ ਜ਼ਿਆਦਾ ਆਪਣਾ ਟਾਈਮ ਜਿਹੜਾ ਹੈ Time ਉਹ ਜਿਹੜਾ। ਵੋਲੰਟੀਅਰ ਕਰੋ ਉਸ ਦੀ ਲੋੜ ਹੈਗੀ ਹੈ ਕਰਮਜੀਤ ਜੀ ਹਾਂਜੀ ਦੇਖੋ ਗੱਲ ਹੋ ਰਹੀ ਹੈ ਕਿ ਸਾਰਾ ਕੰਮ ਸਾਡੇ ਵੋਲੰਟੀਅਰ ਕਰਦੇ ਨੇ ਜਿਹੜਾ ਇੰਟਰਨੈਸ਼ਨਲ ਇਸ ਵੇਲੇ ਹੋ ਰਿਹਾ ਹੈ ਨਿਊਯਾਰਕ ਵਿੱਚ ਉਹਦੇ ਸੇ ਜੁਗਰਾਜ ਭੈਣ ਜੀ ਸਾਡੇ ਜ਼ੋਨਲ ਕਨਵੀਨਰ ਨੇ ਉਹਨਾਂ ਨਾਲ ਐਸੋਸੀਏਟ ਹੈਗੇ ਨੇ ਹਰਮੀਤ ਸਿੰਘ ਜੀ ਤੇ ਮਲਕੀਤ ਕੌਰ ਤੇ ਆਈ ਥਿੰਕ ਦੇ ਆਰ ਗਿਵਿੰਗ देयर 100% ਟਾਈਮ ਫਰਮ ਬਿਜ਼ੀ ਲਾਈਫ ਦੇ ਆਰ ਆਲ ਪ੍ਰੋਫੈਸ਼ਨਲਸ ਐਂਡ ਦੇ ਆਰ ਮੇਕ ਦਾ ਹੋਲ ਪ੍ਰੋਗਰਾਮ ਸੋ ਸਕਸੈਸਫੁਲ ਤਾਂ ਕਿ ਸਾਰੀ ਜਗ੍ਹਾ ਤੋਂ ਜਿਹੜੇ ਬੱਚੇ ਆਣਗੇ ਗੈਸਟ ਤੇ ਹੋਰ ਸਾਰੇ ਉਹਨਾਂ ਵਾਸਤੇ ਪੂਰਾ ਅਰੇਂਜਮੈਂਟ ਕਰਦੇ ਪਏ ਨੇ ਐਂਡ ਥੀਸ ਗਾਇਜ਼ ਆਰ ਐਕਸਟ੍ਰੀਮਲੀ ਬਿਜ਼ੀ ਅਸੀਂ ਹਰ ਇੱਕ ਹੋਸਟ ਦਾ ਹਰ ਇੱਕ ਜ਼ੋਨਲ ਕਮਿਟੀ ਦਾ ਥੈਂਕਸ ਕਰਨੇ ਆ ਤਾਂ ਕਿ ਜਦੋਂ ਵੀ ਉਹ ਆਪਣੇ ਏਰੀਆ ਹੀ ਹੋਸਟ ਕਰਦੇ ਨੇ ਇਟਸ ਅ ਬਿਗ ਅਫੇਅਰ ਜਿਨ੍ਹਾਂ ਨੇ ਅਟੈਂਡ ਕੀਤਾ ਦੇ ਨੋ ਅੰਡਰਸਟੈਂਡ ਕਿ ਵੀ ਕਿੰਨਾ ਵੱਡਾ ਕੰਮ ਹੁੰਦਾ ਹੈ ਪੌਲ ਜੀ ਇਹ ਜਿਹੜੇ ਇਹਨੇ ਬੰਦੇ ਬਾਹਰੋਂ ਆਉਂਦੇ ਨੇ ਕਰਨ ਇਹਨਾਂ ਨੂੰ ਰੱਖਦੇ ਕਿੱਥੇ ਹੋ ਤੁਸੀਂ ਇੱਦਾਂ ਅਰੇਂਜਮੈਂਟ ਸੀ ਪਹਿਲਾਂ ਸ਼ੁਰੂ 'ਚ ਕੀਤਾ ਸੀ ਤੇ ਕਈ ਸਾਲ 15-20 ਸਾਲ ਅਸੀਂ ਘਰਾਂ 'ਚ ਹੋਸਟ ਕਰਦੇ ਸੀ ਅੱਛਾ ਜੀ ਤੇ ਹੁਣ ਜਿਸ ਤੱਕ ਪ੍ਰੋਗਰਾਮ ਵੱਧ ਗਿਆ ਹੈ ਤੇ ਅਸੀਂ ਕੋਈ ਹੋਟਲ ਬੁੱਕ ਕਰਨੇ ਆ ਅੱਛਾ ਤੇ ਹੋਟਲਾਂ 'ਚ ਇਹਨਾਂ ਦਾ ਰਹਿਣ ਦਾ ਬੰਦੋਬਸਤ ਕਰਨੇ ਆ ਹੋਟਲਾਂ ਵਿੱਚ ਰਹਿਣ ਦਾ ਹਾਂਜੀ। ਇੰਤਜ਼ਾਮ ਕਰਦੇ ਆ ਅਗੇਨ ਇਹ ਕਿੰਨਾ ਵੱਡਾ ਇੱਕ ਉਪਰਾਲਾ ਹੈ ਤੁਸੀਂ ਇਹ ਵੇਖੋ 2500 ਬੱਚੇ ਆਉਂਦੇ ਨੇ ਫਰੋਮ ਆਲ ਓਵਰ ਦ ਵਰਲਡ ਔਰ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਵੀ ਨਾਲ ਆਉਂਦੇ ਨੇ ਰਹਿ ਸਕਦੇ ਹਾਂ। ਉਨ ਸਭ ਨੂੰ ਕੋਆਰਡੀਨੇਟ ਕਰਨਾ ਉਹਨਾਂ ਨੂੰ ਹੋਸਟ ਕਰਨਾ ਕਿੱਥੇ ਠਹਿਰਾਣਾ ਐਂਡ ਆਈ ਅੰਡਰਸਟੈਂਡ ਫਿਰ ਉਸ ਦੇ ਬਾਅਦ ਥੋੜੀ ਕਲਚਰਲ ਐਕਟੀਵਿਟੀਜ਼ ਉਹਨਾਂ ਥੋੜਾ ਘੁਮਾਣਾ ਫਿਰਾਣਾ Sightseeing ਉਹ ਵਗੈਰਾ ਸਾਈਟ ਸੀਇੰਗ ਵਗੈਰਾ ਉਹ ਸਭ ਵੀ ਇਨਵੋਲਵਡ ਹੈਗੀ ਹੈ ਬਹੁਤ ਇੱਕ ਵੱਡਾ ਉਪਰਾਲਾ ਬਹੁਤ ਇੱਕ ਜ਼ਰੂਰੀ ਇੰਪੋਰਟੈਂਟ ਉਪਰਾਲਾ ਔਰ ਇਸ ਦਾ ਬਹੁਤ ਵੱਡਾ ਇੱਕ ਲੈਸਟਿੰਗ ਇੰਪ੍ਰੈਸ਼ਨ ਬਹੁਤ ਸਾਰੇ ਬੱਚਿਆਂ ਵਿੱਚ ਵੇਖਿਆ ਜਿਹੜੇ ਇੱਥੇ ਗਰੋ ਹੋਏ ਨੇ ਜਿਹੜੇ ਹੁਣ ਵੱਡੇ ਹੋ ਗਏ ਨੇ ਜਿਵੇਂ ਰਵਿੰਦਰ ਜੀ ਨੇ ਕਿਹਾ ਕਿ ਹੁਣ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਅੱਗੇ ਇਨ ਪ੍ਰੋਗਰਾਮਸ ਵਿੱਚ ਪਾਰਟਿਸਿਪੇਟ ਕਰਦੇ ਪਏ ਨੇ ਪੌਲ ਜੀ ਰਵਿੰਦਰ ਜੀ ਕਰਮਜੀਤ ਜੀ ਅੱਜ ਸਾਡੇ ਨਾਲ ਗੱਲ ਕਰਨ ਦਾ ਇੱਥੇ ਆਉਣ ਦਾ ਔਰ ਇਸ ਬਹੁਤ ਇੰਪੋਰਟੈਂਟ ਕੰਮ ਜੋ ਤੁਸੀਂ ਕਰ ਰਹੇ ਹੋ ਉਸ ਦੇ ਬਾਰੇ ਦੱਸਣ ਦਾ ਬਹੁਤ ਬਹੁਤ ਸ਼ੁਕਰੀਆ ਅਸੀਂ ਵੀ ਵਿਸ਼ ਯੂ ਆਲ ਦ ਵੈਰੀ ਬੈਸਟ ਅਸੀਂ ਆਪਣੀ ਪੂਰੀ ਸਪੋਰਟ ਤੁਹਾਨੂੰ ਆਫਰ ਕਰਦੇ ਆ ਜੋ ਵੀ ਅਸੀਂ ਕਰ ਸਕਦੇ ਆ ਜ਼ਰੂਰ ਤੁਸੀਂ ਦੱਸੋ ਮੈਂ ਤੁਹਾਨੂੰ ਅਰਜ ਕਰਾਂਗਾ ਇਫ ਯੂ ਵਾਂਟ ਟੂ ਸੇ ਸਮ ਫਾਈਨਲ ਵਰਡਸ ਟੂ ਆਵਰ ਵਿਊਅਰਸ ਪਲੀਜ਼ ਗੋ ਅਹੈਡ See, as the president of the organization, on behalf of all our board members, मैं जितने भी सारे जोनल कन्वीनर संडे कन्वीनर जितने भी सारे वॉलंटियर्स हैगे ਜਿਹੜੇ ਕਿ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਨੇ ਆਪਣਾ ਟਾਈਮ ਦਿੰਦੇ ਨੇ ਆਪਣਾ ਪੈਸਾ ਲਗਾਉਂਦੇ ਨੇ ਉਹਨਾਂ ਦਾ ਤੁਹਾਡੇ ਬਗੈਰ ਕੰਮ ਨਹੀਂ ਹੋ ਸਕਦਾ ਤੁਸੀਂ ਸਾਡੇ ਨਾਲ ਆ ਗਏ ਹੋ ਤੁਹਾਡੀ ਕੋਆਪਰੇਸ਼ਨ ਸਾਡੇ ਨਾਲ ਆਏਗੀ ਤੇ ਆਰਗੇਨਾਈਜੇਸ਼ਨ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈਗੀ ਐਂਡ ਵੀ ਆਰ ਸ਼ੋਰ ਕਿ ਕਈ ਬੰਦੇ ਸਾਡੇ ਨਾਲ ਪਿੱਛੇ 25-30 ਸਾਲ ਤੋਂ ਜੁੜੇ ਨੇ ਤੇ ਅੱਗੇ ਵੀ ਸਾਡੇ ਨਾਲ 20-25 ਸਾਲ ਜਿੰਨੀ ਸਾਡੀ ਉਮਰ ਹੈਗੀ ਸਾਡੇ ਨਾਲ ਜੁੜੇ ਰਹੋਗੇ ਔਰ ਇਹ ਪ੍ਰੋਗਰਾਮ ਇਸ ਤਰ੍ਹਾਂ ਹੀ ਅੱਗੇ ਚੜ੍ਹਦੀ ਕਲਾ ਨਾਲ ਚੱਲਦਾ ਰਹੇਗਾ ਥੈਂਕ ਯੂ ਸੋ ਮਚ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਅਜਿਹਾ ਦਾ ਬਹੁਤ ਬਹੁਤ ਸ਼ੁਕਰੀਆ ਹਰਜੋਤ ਜੀ ਦਾ ਤੇ ਜਸਟ ਟੀਵੀ ਦਾ ਪ੍ਰੋਗਰਾਮ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਥਰੂ ਸਾਡਾ ਇਹ ਮੈਸੇਜ ਬਹੁਤ ਜ਼ਿਆਦਾ ਲੋਕਾਂ ਤੱਕ ਪਹੁੰਚ ਸਕਦਾ ਹੈ ਥੈਂਕ ਯੂ ਥੈਂਕ ਯੂ ਸੋ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ